सतनाम करता पुरख निरभव निर्वैर अकाल मूरत अजूनी सैभं गुर प्रसाद। मैं नाही कछुओ नहीं किछ आह न मोरा अवसर लज्जा राख ले हो सदना जन तोरा। जागत जोत सतगुरु धन श्री गुरु ग्रंथ साहिब पातशाह जी की पावन हजूरी विच 8वें पातशाह हजूर धन श्री गुरु हरकृष्ण साहिब महाराज जी की पावन चरण छो प्राप्त ये पावन अस्थान गुरुद्वारा श्री बंगला साहिब विखे अमृत वेले दे दीवान दियां हाज़रियां भर रहे अते देश प्रदेश दे विच इस सत्संगी समागमां दे लाहे प्राप्त कर रहे गुरु चरनां नाल जुड़ बैठे समूह गुरमुख प्यारे सत्संगी जनों, अमृत के दाते सरबंस दाने धन गुरु गोबिंद सिंह साहिब पातशाह जी की बख्शिश की हुई गुरफतेह सांझी करिए जी। वाहिगुरु जी का खालसा वाहिगुरु जी की फतेह। साहिबां दे पावन दरबार विच अमृत वेले दे दीवान दी ये सत्संगी हजूरी अमृत कीर्तन दे लाहे प्राप्त करन उपरंत दरबार विच चल रही धन गुरु ग्रंथ साहिब महाराज जी की लड़ीवार शब्द विचार विच गुरु सवारे सिंह साहिब ज्ञानी रणजीत सिंह जी मुख ग्रंथी होरां पासों तीसरे पातशाह हजूर धन गुरु अमरदास साहिब जी के पावन मुखारबिंद तो उचारण किए हुए सलोक वारां ते वधीक विच दर्ज अमृत बचनां दा पाठ आप जी ने श्रवण किया है। गुरुदेव पिता ने इन्हां सलोकां दे विच सानू गुरु घर दे विच आके सिख रूप विच जुड़ बैठियां नूं ये उपदेश बख्शिश कीता है साडे सवासां दे भले लई कि भाई ਇਹ ਜਿਹੜਾ ਮਨੁੱਖਾ ਜੀਵਨ ਪ੍ਰਾਪਤ ਹੋਇਆ ਇਹ ਸਰੀਰ ਰੂਪੀ ਭਾਂਡੇ ਪ੍ਰਾਪਤ ਹੋਏ ਇਹਨਾਂ ਸਰੀਰ ਰੂਪੀ ਭਾਂਡਿਆਂ ਦਾ ਕੁਝ ਵਿਸ਼ੇਸ਼ ਲੱਛਣ ਹੈ, ਇਹਦੀਆਂ ਕੁਝ ਵਿਸ਼ੇਸ਼ਤਾਵਾਂ ਨੇ। ਇਹਨਾਂ ਨਾਲ ਸਰੀਰ ਰੂਪੀ ਭਾਂਡਿਆਂ ਨਾਲ ਜੁੜੇ ਹੋਏ ਕੁਝ ਵੀ ਸਮਾਧੀ ਸੱਚ ਨੇ जिन्हां नूं समझना विचारना ते उन्हां नूं ध्यान गोचरे रख के अपने मनुखा जीवन नूं आनंदमई अवस्था विच लैके जाण दे अधिकारी बनना योग बनना ते ये जीवन दे लंघदे जांदे समय नूं सफला करना ये तुहाडे सारिਆਂ ਲਈ महाराज कहंदे लाहेबंदा जरूरी है, महत्वपूर्ण है। नहीं तो जीवन का समा तो जिमें किमें लंघ ही जाना हुंदा है। भावें रोंदियां धोंदियां चिंतातुर अवस्था विच फिकरां दे विच गुजार लईए, डरे हुए सहमे हुए इस जीवन दीयां घड़ियां नूं झट लंघाउण दे रूप दे विच बतीत कर लईए ते जां फिर एक एक घड़ी नूं सुचेत हो के कुछ ऐसा सोच विचार के ते करके अपने जीवन अवस्था नूं ढालण दी कोशिश करिए जिहदे विचों जो नतीजे निकलन
ਉਹ ਮਾਣ ਕਰਨ ਯੋਗ ਹੋਣ, ਯਾਦਗਾਰੀ ਹੋਣ, ਐਸੇ ਆਨੰਦਮਈ ਹੋਣ ਕਿ ਉਸ ਜੀਵਨ ਦਾ ਲਾਹਾ ਆਪ ਤੇ ਪ੍ਰਾਪਤ ਅਸੀਂ ਕਰੀਏ ਹੀ ਕਰੀਏ, ਪਰ ਨਾਲ ਦੀ ਨਾਲ ਸਾਡੇ ਸੰਪਰਕ ਵਿੱਚ ਆਉਣ ਵਾਲੇ ਭਾਵੇਂ ਉਹ ਸਾਡੇ ਪਰਿਵਾਰ ਦੇ ਜੀਅ ਨੇ ਤੇ ਭਾਵੇਂ ਸਾਡੇ ਮਿੱਤਰ ਸੰਬੰਧੀ ਹੋਰ ਸੰਸਾਰ ਦੇ ਲੋਕ ਨੇ, ਜਿਨ੍ਹਾਂ ਨਾਲ ਸਾਡਾ ਕਿਸੇ ਨਾ ਕਿਸੇ ਰੂਪ ਵਿੱਚ ਰੋਜ਼ ਵਾਹ ਪੈਂਦਾ ਹੈ, ਸੰਬੰਧ ਬਣਦੇ ਨੇ, ਉਹਨਾਂ ਨੂੰ ਵੀ ਇਸ ਆਨੰਦ ਦਾ ਛਾਂਦਾ, ਇਸ ਆਨੰਦ ਦਾ ਲਾਹਾ ਕੁਝ ਹਿੱਸਾ ਪ੍ਰਾਪਤ ਹੋ ਸਕੇ। ਇਸੇ ਕਰਕੇ ਗੁਰੂਦੇਵ ਜੀ ਨੇ ਸਾਡੇ ਲਈ ਜੋ ਗੁਰਮਤਿ ਜੀਵਨ ਜੁਗਤ ਨਿਸ਼ਚਿਤ ਕੀਤੀ ਹੈ, ਉਹਦੇ ਵਿੱਚ ਜਿੱਥੇ ਆਪਣੇ ਸਵਾਸਾਂ ਦੇ ਭਲੇ ਲਈ, ਜੀਵਨ ਦੇ ਸਮੇਂ ਨੂੰ ਆਨੰਦਮਈ ਬਣਾਉਣ ਲਈ ਨਾਮ ਜਪਣ ਦੀ, ਕਿਰਤ ਕਰਨ ਦੀ ਜੁਗਤ ਦ੍ਰਿੜ ਕਰਵਾਈ ਹੈ, ਉੱਥੇ ਨਾਲ ਹੀ ਵੰਡ ਛਕਣ ਦੀ ਗੱਲ ਕੀਤੀ। ਗੁਰੂ ਕਾ ਸਿੱਖ ਜਿਵੇਂ ਜਿਵੇਂ ਗੁਰੂ ਦੀ ਮੱਤ ਦੀ ਜੁਗਤ ਵਿੱਚ ਜਿਉਣ ਦਾ ਆਹਰ ਕਰਦਾ ਹੈ, ਮਨ ਬਚਨ ਕਰਮ ਕਰਕੇ, ਉਹਦੇ ਜੀਵਨ ਵਿੱਚ ਕੁਝ ਵਿਸ਼ੇਸ਼ ਤਬਦੀਲੀਆਂ ਆਉਂਦੀਆਂ। ਉਹਨਾਂ ਤਬਦੀਲੀਆਂ ਵਿੱਚੋਂ ਇੱਕ ਹੈਰਾਨਕੁਨ ਬਖਸ਼ਿਸ਼ ਭਰੀ ਤਬਦੀਲੀ ਇਹ ਹੈ ਕਿ ਜਿਵੇਂ ਜਿਵੇਂ ਕੋਈ ਗੁਰੂ ਕਾ ਸਿੱਖ ਕਹਾਉਣ ਵਾਲਾ ਗੁਰੂ ਦੇ ਨੇੜੇ ਨੇੜੇ ਹੋ ਕੇ, ਸੁਚੇਤ ਹੋ ਕੇ ਗੁਰਮਤਿ ਅਨੁਸਾਰ ਜੀਵਨ ਜਿਉਂਦਾ ਹੈ, ਤਾਂ ਉਹਦੇ ਅੰਦਰਲੀ ਬਿਰਤੀ ਖੁਦਗਰਜ਼ੀ ਦੀ, ਆਪਣੀ ਮੈਂ ਤੋਂ ਸ਼ੁਰੂ ਕਰਕੇ ਮੈਂ ਤੱਕ ਸੀਮਤ ਹੋਣ ਦੀ ਇਹ ਬਿਰਤੀ ਮੁੱਕਦੀ ਜਾਂਦੀ ਹੈ। ਉਹਦੇ ਅੰਦਰ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਇਸ ਤਰ੍ਹਾਂ ਦੀ ਸਮਝ, ਇਸ ਤਰ੍ਹਾਂ ਦੀ ਸੋਚ ਬਣਨ ਲੱਗਦੀ, ਉਹਦਾ ਸੁਭਾਅ ਬਣਨ ਲੱਗਦਾ ਕਿ ਨਹੀਂ, ਜੇ ਗੁਰੂ ਦੀ ਮੱਤ ਮੈਨੂੰ ਪ੍ਰਾਪਤ ਹੋਈ ਹੈ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ, ਗੁਰੂ ਦੀ ਪ੍ਰਸੰਨਤਾ ਨਾਲ, ਤਾਂ ਫਿਰ ਮੈਂ ਇਹਨੂੰ ਆਪਣੇ ਜੋਗਾ ਨਹੀਂ ਰੱਖਣਾ, ਬਲਕਿ ਇਸ ਸੰਸਾਰ ਦੇ ਭਲੇ ਵਾਸਤੇ ਵਾਹਿਗੁਰੂ ਜੀ ਕੋਲ ਵੀ ਅਰਦਾਸਾਂ ਕਰਨੀਆਂ ਨੇ ਕਿ ਜਿਵੇਂ ਮੇਰੇ ਤੇ ਕਿਰਪਾ ਕੀਤੀ ਹੈ ਪਾਤਸ਼ਾਹ, ਆਪਣੇ ਨੇੜੇ ਕਰਕੇ ਆਨੰਦ ਦੇ ਭੇਦ ਸਮਝਣ ਸਮਝਾਉਣ ਦੀ ਮੇਰੇ ਤੇ ਕਿਰਪਾ ਕੀਤੀ ਹੈ, ਇਦਾਂ ਦੀ ਦਾਤ ਸਾਰਿਆਂ ਨੂੰ ਵੀ ਮਿਲੇ। ਅਰਦਾਸਾਂ ਨਿਕਲਦੀਆਂ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਇਹ ਬਿਰਤੀ ਉਹਦੇ ਅੰਦਰ ਗੁਰੂ ਦੀ ਮੱਤ ਰਾਹੀਂ ਦ੍ਰਿੜ ਹੁੰਦੀ ਜਾਂਦੀ ਹੈ, ਤੇ ਫਿਰ ਉਹਦਾ ਜੀਵਨ ਉਹਦੇ ਆਪਣੇ ਜੋਗਾ ਨਹੀਂ ਰਹਿੰਦਾ, ਉਹਦੇ ਘਰ ਦੇ ਜੀਆਂ ਜੋਗਾ ਨਹੀਂ ਰਹਿੰਦਾ, ਬਲਕਿ ਸਰਬੱਤ ਦੇ ਭਲੇ ਵਾਲਾ ਇੱਕ ਪ੍ਰੇਰਨਾ ਸਰੋਤ ਬਣਦਾ ਜਾਂਦਾ। ਤੇ ਇਹੋ ਹੀ ਮਹਾਰਾਜ ਕਹਿੰਦੇ ਤੁਹਾਡੇ ਜੀਵਨ ਦੀ, ਮਨੁੱਖਾ ਜੀਵਨ ਦੀ ਸਫਲਤਾ ਦਾ ਭੇਦ ਹੈ ਕਿ ਤੁਸੀਂ ਜੀਓ, ਆਪਣੇ ਲਈ ਵੀ ਜੀਓ, ਲੇਕਿਨ ਆਪਣੇ ਲਈ ਹੀ ਨਾ ਜੀਓ, ਦੂਜਿਆਂ ਲਈ ਵੀ ਜੀਓ। ਉਹਦੇ ਵਿੱਚ ਭਾਵੇਂ ਤੁਹਾਨੂੰ ਆਪਣੇ ਸੁੱਖਾਂ ਦੀ, ਆਪਣੀਆਂ ਖੁਸ਼ੀਆਂ ਦੀ ਕੁਰਬਾਨੀ ਵੀ ਦੇਣੀ ਪਵੇ, ਉਹਦੇ ਲਈ ਵੀ ਤੁਸੀਂ ਸਹਿਜ ਸੁਭਾਅ ਵਿੱਚ ਹੀ ਤਿਆਰ ਰਹੋ, ਵਿਸ਼ੇਸ਼ ਉਚੇਚ ਨਾਲ ਨਹੀਂ, ਬਲਕਿ ਤੁਹਾਡੇ ਜੀਵਨ ਦੀ ਮਨੋ ਅਵਸਥਾ ਹੀ ਇਸ ਤਰ੍ਹਾਂ ਦੀ ਬਣ ਜਾਏ ਕਿ ਕੁਝ ਵੀ ਪਰਉਪਕਾਰੀ ਬਿਰਤੀ ਲਈ ਕਰਨਾ ਪਵੇ ਨਾ, ਉਹਦੇ ਲਈ ਤੁਸੀਂ ਸਹਿਜ ਸੁਭਾਅ ਹੀ ਤਤਪਰ ਹੋਵੋ, ਸੁਚੇਤ ਹੋਵੋ, ਤੇ ਤੁਹਾਡੇ ਕੋਲ ਉਹ ਸਹਿਜ ਸੁਭਾਅ 'ਚ ਹੀ ਹੋ ਜਾਵੇ। ਛੋਟੀ ਜੀ ਗੱਲ ਹੈ। ਭਾਈ ਸਾਹਿਬ ਕਹਿ ਰਹੇ ਸੀਗੇ ਕਿ ਭਾਈ ਸੰਗਤ ਦੇ ਵਿੱਚ ਆ ਕੇ ਬੈਠਦੇ ਆ, ਇੱਥੇ ਦੂਜਿਆਂ ਦਾ ਵੀ ਖਿਆਲ ਕਰਨਾ, ਮਾਸਕ ਲਾਉਣਾ ਸਿਰਫ ਆਪਣੇ ਲਈ ਨਹੀਂ, ਇਹ ਵੀ ਖਿਆਲ ਕਰਨਾ ਕਿ ਦੂਜਿਆਂ ਦਾ ਵੀ ਸਰੀਰ ਅਰੋਗ ਰਹੇ, ਉਹਨਾਂ ਨੂੰ ਵੀ ਕਿਸੇ ਕਿਸਮ ਦੀ ਕੋਈ ਰੋਗ ਵਾਲੀ ਅਲਾਮਤ ਨਾ ਕਿਤੇ ਛੋ ਜਾਵੇ। ਸੁਚੇਤ ਹੋ ਕੇ ਦੂਜਿਆਂ ਦੇ ਭਲੇ ਲਈ, ਦੂਜਿਆਂ ਦੀ ਅਰੋਗਤਾ ਲਈ, ਦੂਜਿਆਂ ਦੀ ਖੁਸ਼ੀ ਲਈ, ਛੋਟੀ ਜੀ ਗੱਲ ਹੈ, ਪਰ ਗੁਰੂ ਕਾ ਸਿੱਖ ਤੇ ਹਰ ਗੱਲ ਜਿਹੜੀ ਹੈ ਉਹ ਸਰਬੱਤ ਦੇ ਭਲੇ ਦੀ ਸੋਚ ਨਾਲ ਜੋੜ ਕੇ ਕਰਦਾ। ਇਹਦੇ ਵਿੱਚ ਮਹਾਰਾਜ ਕਹਿੰਦੇ ਜਿਹੜਾ ਇਹ ਤੁਹਾਨੂੰ ਸਰੀਰ ਮਿਲਿਆ ਨਾ, ਇਹ ਸਰੀਰ ਸਫਲਾ ਹੋ ਜਾਂਦਾ। ਸਰੀਰ ਸਫਲਾ ਇਸ ਤਰ੍ਹਾਂ ਹੋ ਜਾਂਦਾ ਹੈ ਵੀ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਸਭ ਕੁਝ ਜਿਹੜੀਆਂ ਸ਼ਕਤੀਆਂ ਇਸ ਸਰੀਰ ਰਾਹੀਂ ਸਾਡੇ ਕੋਲ ਹੈ, ਬਖਸ਼ਿਸ਼ ਹੋਈਆਂ ਨੇ, ਉਹਨਾਂ ਦੀ ਸੁਚੱਜੀ ਵਰਤੋਂ ਕਰਨੀ ਆ ਜਾਂਦੀ ਹੈ, ਤੇ ਉਹਦੇ ਵਿੱਚੋਂ ਨਤੀਜੇ ਵੀ ਜਿਹੜੇ ਨਿਕਲਦੇ ਨੇ ਉਹ ਮਾਣ ਕਰਨ ਯੋਗ ਨਿਕਲਦੇ। ਇੱਕ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਹੋਰ ਕਰਾਂ।
ਅੱਜ ਦਾ ਜੋ ਪਾਵਨ ਬਚਨ ਮਹਾਰਾਜ ਨੇ ਦ੍ਰਿੜ ਕਰਾਇਆ। ਸਾਹਿਬ ਕਹਿੰਦੇ ਇਹ ਸਰੀਰਾਂ ਰੂਪੀ ਚੋਲੇ ਤੁਹਾਨੂੰ ਸਾਰਿਆਂ ਨੂੰ ਮਿਲੇ ਹੈ, ਪਰ ਇਹਨਾਂ ਸਰੀਰਾਂ ਦਾ ਬੜਾ ਅਜੀਬੋ ਗਰੀਬ ਸੱਚ ਹੈ ਜਿਹੜਾ ਸਾਡੇ ਹਰ ਇੱਕ ਦੇ ਮਨੁੱਖ ਕਹਾਉਣ ਵਾਲਿਆਂ ਦੇ ਸਰੀਰ ਨਾਲ ਜੁੜਿਆ ਹੋਇਆ ਹੈ, ਔਰ ਇਹ ਆਦਿ ਜੁਗਾਦੀ ਸੱਚ ਹੈ ਤੇ ਅੱਗੋਂ ਵੀ ਇਹ ਰਹਿਣਾ। ਜਿੰਨਾ ਚਿਰ ਤੱਕ ਇਹ ਸਰੀਰ ਰੂਪੀ ਭਾਂਡਿਆਂ ਦੀ ਸਿਰਜਣਾ ਹੁੰਦੀ ਰਹਿਣੀ ਹੈ, ਇਹ ਉਪਜਦੇ ਬਿਨਸਦੇ ਰਹਿਣੇ ਨੇ, ਇਹਨਾਂ ਦੇ ਨਾਲ ਇਹ ਸੱਚ ਸਦੀਵੀ ਤੌਰ ਤੇ ਜੁੜੇ ਰਹਿਣੇ ਹੈ। ਉਹਨਾਂ ਸੱਚਾਈਆਂ ਦਾ ਜ਼ਿਕਰ ਕੀਤਾ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਵਿੱਚ, ਤੇ ਨਾਲ ਕੁਝ ਗੱਲਾਂ ਸਾਨੂੰ ਸਮਝਾਈਆਂ ਨੇ। ਮੈਂ ਆਪ ਜੀ ਦੇ ਚਰਨਾਂ 'ਚ ਇੱਕ ਤਾਂ ਇਹ ਬੇਨਤੀ ਕਰਨੀ ਹੈ ਕਿ ਇਸ ਸੰਸਾਰ ਦੇ ਵਿੱਚ ਇਹ ਮਨੁੱਖਾ ਸਰੀਰ ਧਾਰਨ ਕਰਨ ਵਾਲੇ ਮਨੁੱਖਾਂ ਦੀਆਂ ਦੋ ਤਰ੍ਹਾਂ ਦੀਆਂ ਵਿਚਾਰਾਂ, ਦੋ ਤਰ੍ਹਾਂ ਦੀ ਸੋਚ ਕੰਮ ਕਰਦੀ ਆ ਰਹੀ ਹੈ। ਇੱਕ ਤਾਂ ਉਹ ਮਨੁੱਖ ਨੇ ਜਿਹੜੇ ਇਸ ਵਿਚਾਰ ਦੇ ਧਾਰਨੀ ਹੈ ਕਿ ਇਹ ਜਿਹੜਾ ਸਰੀਰ ਮਿਲਿਆ ਨਾ, ਇਹ ਸਰੀਰ ਤੋਂ ਪਹਿਲਾਂ ਵੀ ਕੋਈ ਜੀਵਨ, ਕੋਈ ਜਨਮ ਨਹੀਂ ਸੀ, ਤੇ ਇਸ ਸਰੀਰ ਦੇ ਬਿਨਸਣ ਤੋਂ ਬਾਅਦ ਵੀ ਕੋਈ ਜਨਮ ਮਰਨ, ਕੋਈ ਜੀਵਨ ਦੀ ਹੋਂਦ ਨਹੀਂ ਹੈ। ਬਸ ਇਹ ਸਰੀਰ ਹੀ ਤੁਹਾਡਾ ਜੀਵਨ ਹੈ, ਤੇ ਇਸ ਸਰੀਰ ਦੇ ਵਿੱਚ ਰਹਿੰਦੇ ਆ ਤੁਸੀਂ ਜੋ ਮਾੜਾ ਚੰਗਾ ਕਰਨਾ ਹੈ ਉਹ ਕਰੋ, ਖਾਓ ਪੀਓ ਹੰਡਾਓ, ਵੱਧ ਤੋਂ ਵੱਧ ਜੋ ਸੁਖ ਸਾਧਨ ਮਾਣ ਪਦਵੀਆਂ ਪ੍ਰਾਪਤ ਕਰ ਸਕਦੇ ਹੋ ਕਰੋ, ਤੇ ਉਹਨਾਂ ਨੂੰ ਮਾਣਦਿਆਂ ਹੋਇਆਂ ਜਦੋਂ ਸਰੀਰ ਬਿਨਸੇ ਤੇ ਤੁਸੀਂ ਚਲੇ ਜਾਓ ਸੰਸਾਰ 'ਚੋਂ। ਬਸ ਇੱਥੇ ਤੱਕ ਜੀਵਨ ਹੈ ਤੁਹਾਡਾ। ਸਰੀਰਾਂ ਦੀ ਹੋਂਦ ਤੋਂ ਲੈ ਕੇ ਸਰੀਰਾਂ ਦੇ ਬਿਨਸਣ ਤੱਕ ਤੁਹਾਡਾ ਜੀਵਨ ਹੈ, ਅੱਗੇ ਪਿੱਛੇ ਜੀਵਨ ਦੀ ਕੋਈ ਹੋਂਦ ਨਹੀਂ। ਇੱਕ ਇਸ ਤਰ੍ਹਾਂ ਦੀ ਵਿਚਾਰ ਦੇ ਧਾਰਨੀ ਲੋਕ ਨੇ। ਪਰ ਇੱਕ ਵਿਚਾਰ ਜਿਹੜਾ ਗੁਰੂ ਸਾਹਿਬਾਨ ਨੇ, ਸਤਿਪੁਰਸ਼ਾਂ ਨੇ, ਬ੍ਰਹਮਵੇਤਾ ਪੁਰਸ਼ਾਂ ਨੇ ਬਖਸ਼ਿਆ, ਉਹ ਇਹ ਕਿ ਨਹੀਂ ਭਾਈ, ਇਹ ਸਰੀਰ ਰੂਪੀ ਭਾਂਡੇ ਜਿਹੜੇ ਤੁਹਾਨੂੰ ਮਿਲੇ ਹੈ ਨਾ, ਸਰੀਰਾਂ ਤੱਕ ਸੀਮਤ ਨਹੀਂ ਹੈ ਮਨੁੱਖੀ ਜੀਵਨ। ਇਹ ਸਰੀਰ ਰੂਪੀ ਭਾਂਡਿਆਂ ਦੇ ਵਿੱਚ ਕਰਤਾ ਪੁਰਖ ਵਾਹਿਗੁਰੂ ਜੀ ਨੇ ਅੰਸ਼ ਰੂਪ ਦੇ ਵਿੱਚ ਕਣੀ ਮਾਤਰ ਆਪਣੀ ਜੋਤ ਆਤਮਾ ਦੇ ਤੌਰ ਤੇ ਇਹਨਾਂ ਸਰੀਰਾਂ ਦੇ ਵਿੱਚ ਟਿਕਾਈ ਹੈ। ਤੇ ਉਹ ਜਿਹੜੀ ਆਤਮਕ ਜੋਤ ਹੈ, ਜਿਹੜੀ ਜਿਸ ਨੂੰ ਮਨੁੱਖੀ ਆਤਮਾ ਆਖਿਆ, ਇਹ ਸਰੀਰ ਰੂਪੀ ਭਾਂਡਿਆਂ ਤੋਂ ਪਹਿਲਾਂ ਵੀ ਸੀ। ਇਸੇ ਤਰੀਕੇ ਨਾਲ ਕਈ ਵਾਰੀ ਇਹ ਸਰੀਰ ਰੂਪੀ ਭਾਂਡਿਆਂ ਨੂੰ ਧਾਰਨ ਕਰਦੀ ਆਈ। ਅੱਗੋਂ ਵੀ ਇਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਜੰਮਣ ਮਰਨ ਦਾ ਗੇੜ ਜਿਹੜਾ ਹੈ, ਕਿੰਨੀ ਵਾਰੀ ਸਾਡੇ ਜੀਵਨ ਦੇ ਨਾਲ ਜੁੜਿਆ ਤੇ ਅੱਗੋਂ ਕਿੰਨੀ ਕੁ ਵਾਰੀ ਜੁੜਿਆ ਰਹਿਣਾ, ਇਸ ਦਾ ਕੋਈ ਪਤਾ ਨਹੀਂ। ਲੇਕਿਨ ਇਹ ਜੰਮਣ ਮਰਨ ਦਾ ਗੇੜ ਆਈ ਜਾਣਾ ਜਾਈ ਜਾਣਾ, ਇਹ ਕਹਾਣੀ ਚੱਲਦੀ ਰਹਿੰਦੀ ਹੈ। ਸਰੀਰਾਂ ਤੱਕ ਜੀਵਨ ਸੀਮਤ ਨਹੀਂ ਹੈ। ਇਹਦੇ ਅੰਦਰ ਜਿਹੜੀ ਮਨੁੱਖੀ ਆਤਮਾ ਰੂਪ ਵਾਹਿਗੁਰੂ ਜੀ ਨੇ ਅੰਸ਼ ਰੂਪ ਦੇ ਵਿੱਚ ਆਪਣੀ ਜੋਤ ਟਿਕਾਈ ਹੈ, ਉਹ ਅਬਿਨਾਸ਼ੀ ਹੈ। ਸਰੀਰ ਬਿਨਸਣਹਾਰ ਨੇ ਉਹ ਆਤਮਕ ਜੋਤ ਜਿਹੜੀ ਹੈ, ਆਤਮਾ ਜਿਹੜੀ ਹੈ, ਰੂਹ ਜਿਹੜੀ ਹੈ, ਉਹ ਬਿਨਸਣਹਾਰ ਨਹੀਂ ਹੈ। ਇਸ ਦਾ ਬਾਣੀ ਦੇ ਵਿੱਚ ਬਹੁਤ ਵਾਰੀ ਮਹਾਰਾਜ ਨੇ ਖੁਲਾਸਾ ਕੀਤਾ ਹੈ। ਮਰਨਹਾਰ ਇਹ ਜੀਅਰਾ ਨਹੀਂ। ਇਹ ਜਿਹੜੀ ਮਨੁੱਖੀ ਆਤਮਾ ਹੈ, ਇਹ ਮਰਨਹਾਰ ਨਹੀਂ ਹੈ, ਬਲਕਿ ਇਹਦੇ ਬਾਰੇ ਤੇ ਗੁਰੂ ਦੇ ਨਾ ਇਹ ਬੁੱਢਾ ਨਾ ਇਹ ਬਾਲਾ, ਇਹਨੇ ਨਾ ਬੁੱਢੀ ਹੋਣਾ ਨਾ ਬਾਲਕ ਹੋਣਾ, ਇਹ ਜੋ ਹੈ ਉਸੇ ਰੂਪ 'ਚ ਹੀ ਹੈ। ਜਦੋਂ ਅਸੀਂ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ, ਤਾਂ ਅਸੀਂ ਉਹਨਾਂ ਨੂੰ ਬਾਬੇ ਕਹਿ ਕੇ ਬੁਲਾਉਂਦੇ ਹਾਂ, ਬਾਬੇ ਕਹਿ ਕੇ ਸਤਿਕਾਰ ਦਿੰਦੇ ਹਾਂ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਸਰੀਰਾਂ ਦੀ ਉਮਰ ਕਰਕੇ ਉਹ 5-7 ਸਾਲ 9 ਸਾਲ 15 16 17 ਜਿਸ ਤਰ੍ਹਾਂ ਵੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ, ਸਰੀਰ ਰੂਪੀ ਭਾਂਡੇ ਜਿਹੜੇ ਉਹਨਾਂ ਨੂੰ ਮਿਲੇ, ਉਹਨਾਂ ਦੀ ਉਮਰ ਅਸੀਂ ਬਿਆਨ ਕਰਦੇ ਹਾਂ। ਤੇ ਇਹ ਵੀ ਆਖਦੇ ਹਾਂ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਇਸ ਤਰ੍ਹਾਂ ਵੀ ਜ਼ਿਕਰ ਕਰਦੇ ਹਾਂ। ਪਰ ਨਾਲ ਉਹਨਾਂ ਦੇ ਬਾਬਾ ਲਫ਼ਜ਼ ਜੋੜਦੇ ਹਾਂ। ਉਹ ਬਾਬਾ ਲਫ਼ਜ਼ ਸਰੀਰਾਂ ਦੀ ਉਮਰ ਦੇ ਨਾਲ ਨਹੀਂ ਸੰਬੰਧਿਤ ਹੈ, ਉਹ ਉਸ ਆਤਮਕ ਅਵਸਥਾ ਨਾਲ ਸੰਬੰਧਿਤ ਹੈ ਜਿਹੜੀ ਨਾ ਬਾਲਕ ਹੁੰਦੀ ਹੈ ਨਾ ਬੁੱਢੀ ਹੁੰਦੀ ਹੈ। ਉਤੇ ਜੇ ਉਸ ਦੇ ਪ੍ਰਤੀ ਸੁਚੇਤ ਹੋ ਕੇ ਉਹਦੇ ਨਾਲ ਜੁੜੇ ਹੋਏ ਅੰਤਸ਼ਕਰਨ ਨੂੰ
ਮਨ ਨੂੰ, ਮਤ ਨੂੰ। ਮੈਂ ਕੱਲ ਬੇਨਤੀ ਕਰ ਰਿਹਾ ਸੀ, ਸਾਨੂੰ ਯਾਦ ਸ਼ਕਤੀ ਮਿਲੀ ਹੈ, ਸਾਨੂੰ ਭੁੱਲਣ ਸ਼ਕਤੀ ਵੀ ਮਿਲੀ ਹੈ, ਵਿਚਾਰ ਸ਼ਕਤੀ ਮਿਲੀ ਹੈ। ਇਹਨਾਂ ਸ਼ਕਤੀਆਂ ਨੂੰ ਗੁਰੂ ਦੀ ਮੱਤ ਨਾਲ ਸੁਚੱਜੀ ਵਰਤੋਂ ਕਰਨ ਦੀ ਜਾਚ ਸਾਨੂੰ ਜੇ ਆ ਜਾਏ, ਔਰ ਇਸ ਦੀ ਸੁਚੱਜੀ ਵਰਤੋਂ ਕਰਦਿਆਂ ਆਪਣੇ ਸਵੈ ਨੂੰ, ਆਪਣੇ ਆਪੇ ਨੂੰ ਅਸੀਂ ਜੋਤ ਰੂਪ ਵਿੱਚ, ਪਰਮਾਤਮ ਜੋਤ ਰੂਪ ਵਿੱਚ, ਰੱਬ ਰੂਪ ਦੇ ਵਿੱਚ ਪਛਾਣਨ ਦੀ ਸੁਭਾਗੀ ਅਵਸਥਾ ਪ੍ਰਾਪਤ ਕਰ ਲਈਏ, ਆਪਣੇ ਰੱਬ ਰੂਪ ਹੋਣ ਦਾ ਬੋਧ ਹਾਸਲ ਕਰ ਲਈਏ, ਤਾਂ ਫਿਰ ਮਹਾਰਾਜ ਕਹਿੰਦੇ ਤੁਸੀਂ ਬਜ਼ੁਰਗ ਹੋ ਜਾਂਦੇ ਹੋ, ਤੁਸੀਂ ਗਿਆਨੀ ਹੋ ਜਾਂਦੇ ਹੋ, ਬ੍ਰਹਮ ਗਿਆਨੀ ਹੋ ਜਾਂਦੇ ਹੋ, ਤੁਸੀਂ ਰੱਬ ਹੀ ਹੋ ਜਾਂਦੇ ਹੋ। ਰੱਬ ਹੀ ਹੋ ਤੁਸੀਂ, ਪਰ ਤੁਹਾਨੂੰ ਆਪਣੇ ਰੱਬ ਹੋਣ ਦਾ ਅਹਿਸਾਸ ਨਹੀਂ ਹੈ। ਇਸ ਕਰਕੇ ਤੁਸੀਂ ਚਿੰਤਾਤੁਰ, ਭਟਕੇ ਹੋਏ, ਇਕੱਲੇ, ਸਖਣੇ, ਕਮਜ਼ੋਰ ਮਹਿਸੂਸ ਕਰਦੇ, ਦੁਖੀ, ਚਿੰਤਾਤੁਰ, ਫਿਕਰਮੰਦ, ਡਰੇ ਸਹਿਮੇ ਜਿਉ ਨੇ। ਜੇ ਕਿਤੇ ਤੁਹਾਨੂੰ ਆਪਣੇ ਰੱਬ ਰੂਪ ਹੋਣ ਦਾ ਅਹਿਸਾਸ ਹੋ ਜਾਵੇ ਤੇ ਉਹਦੇ ਲਈ ਤੁਸੀਂ ਗੁਰੂ ਦੀ ਮੱਤ ਦੇ ਨਾਲ ਆਪਣੀ ਸੁਰਤੀ ਬਿਰਤੀ ਨੂੰ, ਆਪਣੇ ਮਨ ਨੂੰ, ਮਤ ਨੂੰ ਜੋੜਨ ਦਾ ਸੁਭਾਅ ਬਣਾ ਲਵੋ, ਤਾਂ ਗੁਰੂਦੇਵ ਕਹਿੰਦੇ ਇਹ ਨਤੀਜੇ ਨਿਕਲਦੇ ਨੇ। ਬ੍ਰਹਮ ਹੈ, ਬ੍ਰਹਮ ਮਿਲਿਆ, ਕੋਈ ਨਾ ਸਾਕੈ ਭਿੰਨ ਕਰ ਬਲਰਾਮ ਜੀਓ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਬ੍ਰਹਮ ਨੂੰ ਬ੍ਰਹਮ ਮਿਲ ਜਾਂਦਾ ਤੇ ਉਸ ਨੂੰ ਫਿਰ ਕੋਈ ਵੱਖ ਨਹੀਂ ਕਰ ਸਕਦਾ। ਬ੍ਰਹਮ ਨੂੰ ਬ੍ਰਹਮ ਮਿਲ ਜਾਂਦਾ। ਇਹ ਬ੍ਰਹਮ ਨੂੰ ਬ੍ਰਹਮ ਮਿਲ ਜਾਂਦਾ ਕੀ ਭਾਵ ਹੈ? ਮਹਾਰਾਜ ਕਹਿੰਦੇ ਤੁਸੀਂ ਬ੍ਰਹਮ ਹੋ ਅੰਸ਼ ਰੂਪ ਦੇ ਵਿੱਚ, ਤੇ ਮਿਲਣਾ ਬ੍ਰਹਮ ਨੂੰ। ਅਜੇ ਤੁਹਾਨੂੰ ਸਰੀਰਾਂ ਦੇ ਪੱਧਰ ਤੇ ਵੀ ਜਿਉਣ ਦੀ ਜਾਚ ਨਹੀਂ ਆਈ। ਤੁਸੀਂ ਆਪਣੇ ਆਪ ਨੂੰ ਸਰੀਰ ਤੱਕ ਸੀਮਤ ਸਮਝਦੇ ਪਏ ਹੋ, ਪਰ ਸਰੀਰਾਂ ਦੀ ਸੁਚੱਜੀ ਵਰਤੋਂ ਵੀ ਨਹੀਂ ਕਰਨੀ ਆ ਰਹੀ। ਅੱਜ ਗੁਰੂਦੇਵ ਸਾਡਾ ਉਸ ਪਾਸੇ ਵੱਲ ਧਿਆਨ ਦਵਾ ਰਿਹਾ ਹੈ। ਮਹਾਰਾਜ ਕਹਿੰਦੇ ਸਰੀਰ ਰੂਪੀ ਭਾਂਡੇ ਤੇ ਮਿਲ ਗਏ, ਲੇਕਿਨ ਇਹਦੇ ਨਾਲ ਕੁਝ ਵਿਸ਼ੇਸ਼ ਸੱਚ ਜੁੜੇ ਹੋਏ ਨੇ, ਰਮਜ਼ ਭਰੇ। ਪਹਿਲੀ ਗੱਲ ਤਾਂ ਗੁਰੂਦੇਵ ਕਹਿੰਦੇ ਇਹ ਸਰੀਰ ਕੱਚ ਦੀ ਨਿਆਈ ਹੈ, ਬੁਲਬੁਲੇ ਦੀ ਨਿਆਈ ਹੈ, ਰੇਤ ਦੀ ਕੰਧ ਦੀ ਨਿਆਈ ਹੈ। इतना को लाग गया ठनका, क्या प्रवासा इस भांडे का, इतना को लाग गया ठनका। इन्हों ते थोड़ा जिहा भी किते कोई ठोकर लग जाए ना, कसूती जी सट वज जाए ते ये बिनस जांदा, टुट जांदा भांडा, खत्म हो जाती है इहदी होंद। किस वेले इसने बिनस जाना, इहदी कोई पक्की म्याद नहीं है। एक गल। दूजा महाराज कहते ये शरीर रूपी चोला जिहड़ा ना, वाहिगुरु जी ने ये शरीर रूपी भांडियां नूं साज के इहदे नाल काम, क्रोध, लोभ, मोह, अहंकार वालियां बिरतियां भी जोड़ दित्तियां ने। जे किते सुचेत हो के ये शरीर रूपी भांडे की वरतों ना करनी आवे ते कदी काम वाशनावां वो हावी हो जांदियां ने, ਤੇ ਸਾਡੀਆਂ ਅੱਖਾਂ, ਸਾਡੇ ਕੰਨ, ਸਾਡੀ ਜੇਬਾਂ ਉਸ ਵਾਸ਼ਨਾਵੀ ਬਿਰਤੀਆਂ ਦੇ ਅਧੀਨ ਬੇਸੰਜਮੇ ਹੋ ਜਾਂਦੇ, ਤੇ ਨਤੀਜੇ ਵੀ ਜਿਹੜੇ ਨੇ ਉਹ ਫਿਰ ਸਾਨੂੰ ਪਛਤਾਵੇ ਵਾਲੇ, ਚਿੰਤਾਤੁਰ ਕਰਨ ਵਾਲੇ ਨਿਕਲਦੇ ਹੈ। ਸਾਡੇ ਅੰਦਰ ਹੀਣ ਭਾਵਨਾ ਪੈਦਾ ਕਰਦੇ। ਇਸੇ ਤਰ੍ਹਾਂ ਹੀ ਕ੍ਰੋਧ ਹੈ। ਜੇ ਆਪਣੇ ਅੰਦਰ ਸਾਨੂੰ ਦੂਜਿਆਂ ਨਾਲ ਵਰਤੋਂ ਵਿਹਾਰ ਕਰਦਿਆਂ ਸੁਚੇਤ ਹੋ ਕੇ ਜਿਉਣਾ ਨਾ ਆਵੇ ਨਾ, ਨਿੱਕੀ ਨਿੱਕੀ ਗੱਲ ਤੇ ਅਸੀਂ ਕ੍ਰੋਧੀ ਹੋ ਜਾਂਦੇ ਹਾਂ, ਛਟਪਟਾ ਜਾਂਦੇ ਹਾਂ। ਕਿਸੇ ਨੇ ਕੋਈ ਗੱਲ ਆਖੀ ਨਹੀਂ ਜਿਹੜੀ ਸਾਨੂੰ ਚੰਗੀ ਨਹੀਂ ਲੱਗੀ ਤੇ ਅਸੀਂ ਆਪੇ ਤੋਂ ਬਾਹਰ ਹੋ ਜਾਂਦੇ ਹਾਂ, ਬੇਸੰਜਮੇ ਹੋ ਜਾਂਦੇ ਹਾਂ, ਫਿਰ ਆਪ ਵੀ ਦੁਖੀ ਹੁੰਦੇ ਹਾਂ। ਪਹਿਲਾਂ ਤੇ ਕ੍ਰੋਧ ਦੀ ਅੱਗ ਸਾਨੂੰ ਸਾੜਦੀ ਹੈ। ਮਹਾਰਾਜ ਕਹਿੰਦੇ ਤੁਸੀਂ ਦੇਖਿਆ ਕਰੋ ਜ਼ਰਾ ਆਪਣੇ ਆਪ ਨੂੰ, ਕ੍ਰੋਧ ਦੇ ਵਿੱਚ ਤੁਹਾਡਾ ਹਾਲ ਕੀ ਹੋ ਜਾਂਦਾ। ਮਾਥਾ ਤ੍ਰਿਕੁਟੀ, ਦ੍ਰਿਸ਼ਟ ਕਰੂਰ, ਬੋਲੇ ਕੌੜਾ, ਜੇਬਾਂ ਕੀ ਫੂੜ, ਜੋ ਮੂੰਹ 'ਚ ਅਵਾ ਤਵਾ ਆਉਂਦਾ ਬੋਲਦੇ ਹੋ ਤੁਸੀਂ, ਫਿੱਕਾ ਬੋਲਦੇ ਹੋ। ਅੱਖਾਂ ਵਿੱਚ ਤੁਹਾਡੀਆਂ ਵਿੱਚ ਕ੍ਰੋਧ ਦੀ ਅੱਗ ਨਜ਼ਰ ਆ ਰਹੀ ਹੁੰਦੀ ਹੈ। ਮੱਥੇ ਤਿਉੜੀਆਂ ਪਈਆਂ, ਸਰੀਰ ਤੁਹਾਡਾ ਝਈਆਂ ਲੈ ਲੈ ਪੈਂਦਾ, ਮੁੱਠੀਆਂ ਪੀਚਦੇ ਹੋ, ਦੰਦ ਕਰੀਚਦੇ ਹੋ। ਇਹ ਕ੍ਰੋਧ ਦੇ ਵੇਲੇ ਦੀ ਤੁਹਾਡੀ ਹਾਲਤ ਕਿਤੇ ਸਹਿਜ ਨਹੀਂ ਹੈ, ਕਿਤੇ ਟਿਕਾਊ ਨਹੀਂ ਹੈ।
ਫਿਰ ਆਪ ਵੀ ਸੜਦੇ ਹੋ ਉਸ ਅੱਗ ਵਿੱਚ ਤੇ ਦੂਜਿਆਂ ਨੂੰ ਵੀ ਸੜਦੇ ਹੋ। ਤੇ ਕਲਾ ਕਲੇਸ਼ ਵਾਲਾ ਬੇਸੰਜਮਾ ਜੀਵਨ, ਜਿਹਦੇ ਵਿੱਚ ਕੋਈ ਸੁੱਖ ਨਹੀਂ, ਕੋਈ ਸ਼ਾਂਤੀ ਨਹੀਂ, ਇਹ ਤੁਹਾਡੇ ਭਾਗ ਬਣ ਜਾਂਦੇ ਆ, ਫਿਰ ਤੁਹਾਡੀ ਹੋਣੀ ਬਣ ਜਾਂਦੀ। ਇਸੇ ਤਰ੍ਹਾਂ ਲੋਭ ਹੈ। ਮਹਾਰਾਜ ਕਹਿੰਦੇ ਭਟਕਦੇ ਫਿਰਦੇ ਹੋ ਇਸ ਲੋਭ ਕਰਕੇ, ਇਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਇਹ ਕਿਵੇਂ ਮਿਲ ਜਾਏ, ਇਹ ਕਿਵੇਂ ਮਿਲ ਜਾਏ, ਜੋ ਮਿਲਿਆ ਉਹਦੇ ਵਿੱਚ ਹੋਰ ਵਾਧਾ, ਹੋਰ ਵਾਧਾ। ਫਿਰ ਕੋਈ ਵੀ ਫੇਅਰ ਅਨਫੇਅਰ ਗੱਲ ਸਾਡੇ ਧਿਆਨ 'ਚ ਨਹੀਂ ਰਹਿੰਦੀ। ਜਿਵੇਂ ਵੀ ਹੁੰਦਾ ਹੈ ਦੁਨੀਆ ਕਰੀ ਜਾਂਦੀ ਹੈ, ਮੈਂ ਵੀ ਲੁੱਟ ਲਵਾਂ। ਇਸ ਲੋਭ ਦੀ ਵਾਸ਼ਨਾਵੀ ਬਿਰਤੀ ਕਰਕੇ ਹੀ ਮਾਣ ਪਦਵੀਆਂ ਦਾ ਜਿਹੜਾ ਖਿਲਾਰਾ ਹੈ, ਰੌਲਾ ਰੱਪਾ ਹੈ, ਉਹ ਸਾਡੇ ਅੰਦਰ ਫਿਰ ਕੜਮਾਸ ਮਚਾਉਂਦਾ। ਫਿਰ ਅਸੀਂ ਸੰਗਤ ਵਿੱਚ ਵੀ ਆ ਕੇ ਸਿੱਖ ਸੇਵਕ ਨਹੀਂ ਰਹਿੰਦੇ। ਇੱਥੇ ਆ ਕੇ ਵੀ ਮੈਂ ਦੂਜਿਆਂ ਕੋਲੋਂ ਅੱਗੇ ਨਿਕਲਣਾ ਹੈ। ਮੈਂ ਧਾਰਮਿਕ ਸ਼੍ਰੇਣੀ ਵਿੱਚ ਗੁਰੂ ਨੇ ਮੇਰੀ ਸੇਵਾ ਲਾਈ। ਅਸੀਂ ਧਾਰਮਿਕ ਸ਼੍ਰੇਣੀ ਵਿੱਚ ਵਿਚਰਨ ਵਾਲੇ ਲੋਕ, ਉਹ ਮੁੱਖ ਗ੍ਰੰਥੀ ਬਣ ਗਿਆ, ਉਹ ਵੱਡਾ ਵਿਦਵਾਨ ਬਣ ਗਿਆ, ਉਹਦੀ ਬੜੀ ਚਰਚਾ ਹੁੰਦੀ ਹੈ, ਉਹਨੂੰ ਲੋਕੀ ਮੱਥੇ ਟੇਕਦੇ ਹੈ, ਉਹਨੂੰ ਬੜਾ ਸਤਿਕਾਰ ਦਿੰਦੇ ਆ। ਉਹਦੇ ਕੋਲ ਇੰਨੇ ਸੁਖ ਸਾਧਨ ਹੋ ਗਏ, ਮੇਰੇ ਕੋਲ ਨਹੀਂ ਰਹੇ। ਉਹਦਾ ਡੇਰਾ ਵੱਡਾ ਹੋ ਗਿਆ, ਉਹਦੇ ਕੋਲ ਇੰਨੀਆਂ ਕਾਰਾਂ, ਫਲਾਣਾ ਫਲਾਣਾ ਫਲਾਣਾ, ਤੇ ਮੇਰੀ ਅੰਦਰ ਦੀ ਬਿਰਤੀ ਸ਼ਬਦ ਨਾਲ ਨਹੀਂ ਜੁੜੀ ਹੋਈ। ਉਹ ਰੋਲ ਘਚੋਲਾ ਰੌਲਾ ਰੱਪਾ ਜਿਹੜਾ ਹੈ ਨਾ ਤ੍ਰਿਸ਼ਨਾਲੂ ਬਿਰਤੀਆਂ ਦਾ, ਉਹ ਮੈਨੂੰ ਬੇਚੈਨ ਕਰੀ ਰੱਖਦਾ ਹੈ। ਸੁਣਾਈ ਜਾਵਾਂ ਮੈਂ ਕਥਾ, ਸੁਣਾਈ ਜਾਵਾਂ ਕੀਰਤਨ, ਸੁਣਾਈ ਜਾਵਾਂ ਪਾਠ, ਕਰੀ ਜਾਵਾਂ ਚੌਰ ਮਹਾਰਾਜ ਤੇ, ਵਧੀਆ ਧਾਰਮਿਕ ਬਿਰਤੀ ਵਾਲੇ ਭੇਖ ਵਾਲੇ ਕੱਪੜੇ ਵੀ ਜਿਹੜੇ ਮੈਂ ਪਾ ਕੇ ਦੁਨੀਆ ਸਾਹਮਣੇ ਆਪਣੇ ਧਾਰਮਿਕ ਹੋਣ ਦਾ ਪ੍ਰਗਟਾਵਾ ਕਰੀ ਜਾਵਾਂ। ਮੇਰੇ ਅੰਦਰ ਕੀ ਵਾਪਰ ਰਿਹਾ, ਕਿੱਥੇ ਹੈ ਸਹਿਜ, ਕਿੱਥੇ ਹੈ ਟਿਕਾਓ, ਅਡੋਲਤਾ ਕਿੱਥੇ ਹੈ। ਤੇ ਜਿਹੜੇ ਆ ਕੇ ਬੈਠੇ ਹੈ, ਤੇ ਜੇ ਉਹਨਾਂ ਨੂੰ ਵੀ ਗੁਰੂ ਦੇ ਨੇੜੇ ਹੋ ਕੇ ਸਿੱਖ ਸੇਵਕ ਬਣਨ ਦੀ ਇਜਾਜ਼ਤ ਨਹੀਂ ਆਈ, ਬਲਕਿ ਪ੍ਰਧਾਨ ਬਣਨ ਦੀ, ਸਕੱਤਰ ਬਣਨ ਦੀ, ਤੇ ਗੋਲਕਾਂ ਵੱਲ ਧਿਆਨ, ਤੇ ਹੋਰ ਹੋਰ ਪਾਸੇ ਧਿਆਨ, ਤੇ ਫਿਰ ਜੋ ਨਤੀਜੇ ਨੇ ਸਾਡੇ ਸਾਹਮਣੇ ਨੇ। ਮਹਾਰਾਜ ਕਹਿੰਦੇ ਮੈਂ ਗੁਰੂ ਦਰਬਾਰ ਤੁਹਾਨੂੰ ਇਸ ਕਰਕੇ ਥੋੜੇ ਦਿੱਤੇ ਹੈ, ਗੁਰੂ ਗ੍ਰੰਥ ਸਾਹਿਬ ਦੀ ਦਾਤ ਇਸ ਕਰਕੇ ਥੋੜਾ ਦਿੱਤੀ ਹੈ ਤੁਹਾਨੂੰ। ਇਹ ਜਿਹੜਾ ਬ੍ਰਹਮ ਗਿਆਨ ਹੈ, ਇਹ ਕਬਜ਼ੇ ਕਰਨ ਵਾਸਤੇ, ਮਾਲਕ ਬਣਨ ਵਾਸਤੇ ਨਹੀਂ ਦਿੱਤੇ। ਇਹਨੂੰ ਸਮਰਪਿਤ ਹੋ ਕੇ ਇਸ ਰੂਹਾਨੀ ਗਿਆਨ ਦੇ ਪ੍ਰਤੀ ਆਪਣੇ ਅੰਦਰ ਦ੍ਰਿੜ ਵਿਸ਼ਵਾਸ ਲੈ ਕੇ, ਲਗਾਓ ਲੈ ਕੇ ਇਹਨੂੰ ਸਮਰਪਿਤ ਹੁੰਦੇ ਆ, ਇਹਦੇ ਵਿੱਚੋਂ ਆਪਣੇ ਭਲੇ ਲਈ ਉਹ ਗਿਆਨ ਦ੍ਰਿੜ ਕਰਨ ਦੀ ਸੁਰਤੀ ਬਿਰਤੀ ਵਾਸਤੇ ਮੈਂ ਤੁਹਾਨੂੰ ਇਹ ਦਾਤਾਂ ਦਿੱਤੀਆਂ। ਇਹਦੇ ਪ੍ਰਤੀ ਸਤਿਕਾਰ ਪ੍ਰਗਟ ਕਰ ਲਓ, ਭਾਵੇਂ ਸੋਹਣੇ ਅਸਥਾਨ ਬਣਾ ਲਓ, ਮਹਾਰਾਜ ਲਈ ਸੋਹਣੇ ਵਿਛਾਉਣੇ ਬਣਾ ਲਓ, ਸਭ ਕੁਝ ਮੁਬਾਰਕ ਹੈ। ਪਰ ਮਕਸਦ ਕੀ ਹੈ? ਜੇ ਉਹੀ ਤੁਹਾਨੂੰ ਵਿਸਰ ਗਿਆ, ਨਾ ਤੁਸੀਂ ਧਾਰਮਿਕ ਸ਼੍ਰੇਣੀ ਦੇ ਵਿੱਚ ਸਫਲ ਹੋ ਸਕੋਗੇ, ਨਾ ਤੁਸੀਂ ਭਾਵੇਂ ਪ੍ਰਬੰਧਕ ਬਣ ਜਾਓ ਤੇ ਭਾਵੇਂ ਤੁਸੀਂ ਸੇਵਾਦਾਰ ਕਹਾ ਲਓ, ਕੁਛ ਕਰ ਲਓ। ਗੁਰੂ ਘਰ ਦੇ ਨਾਲ ਸੰਬੰਧਿਤ ਹੋ ਕੇ ਜਿਹੜਾ ਜੀਵਨ ਮਕਸਦ ਆਨੰਦ ਰੂਪੀ ਲਾਹਾ ਪ੍ਰਾਪਤ ਕਰਨ ਦਾ, ਉਹ ਤੇ ਨਹੀਂ ਜੇ ਹੋਣਾ। ਮਹਾਰਾਜ ਕਹਿੰਦੇ ਜੇ ਤੁਹਾਨੂੰ ਸੁਚੇਤ ਹੋ ਕੇ ਇਸ ਸਰੀਰ ਰੂਪੀ ਭਾਂਡੇ ਦੀ ਜਿਸ ਵੀ ਕਾਰਜ ਖੇਤਰ ਵਿੱਚ ਤੁਸੀਂ ਵਿਚਰ ਰਹੇ ਹੋ, ਉਸ ਕਾਰਜ ਖੇਤਰ ਵਿੱਚ ਸੁਚੱਜੀ ਵਰਤੋਂ ਨਹੀਂ ਕਰਨੀ ਆਈ ਨਾ, ਤਾਂ ਨਤੀਜੇ ਮਾਣ ਕਰਨ ਯੋਗ ਨਹੀਂ ਨਿਕਲਣੇ। ਅੱਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਹਨਾਂ ਅੰਮ੍ਰਿਤ ਬਚਨਾਂ ਰਾਹੀਂ ਇਹੋ ਹੀ ਉਪਦੇਸ਼ ਸਾਨੂੰ ਦ੍ਰਿੜ ਕਰਾਉਣ ਦੀ ਕਿਰਪਾਲਤਾ ਕੀਤੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਇਸ ਨੂੰ ਆਪਣੇ ਭਲੇ ਲਈ ਸਿੱਖ ਸੇਵਕ ਦੇ ਰੂਪ ਵਿੱਚ ਦ੍ਰਿੜ ਕਰਨ ਦੀ, ਵਿਚਾਰਨ ਦੀ ਕੋਸ਼ਿਸ਼ ਕਰੀਏ ਜੀ। ਸਹਿਬ ਫਰਮਾਨ ਕਰਦੇ, ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ। ਸਾਹਿਬ ਕਹਿੰਦੇ ਇਹ ਸਰੀਰ ਰੂਪੀ ਚੋਲਾ, ਜਿਸ ਸਰੀਰ ਰੂਪੀ ਚੋਲੇ ਦੇ ਉੱਤੇ ਕਿਸੇ ਵੇਲੇ ਵੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਤਿਆਦ ਵਿਕਾਰਾਂ ਦਾ ਪ੍ਰਭਾਵ ਪੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਹ ਸਰੀਰ ਸਾਰੇ ਮਹਾਰਾਜ ਕਹਿੰਦੇ ਇੱਥੇ ਧਾਰਨ ਕਰਕੇ ਆਉਂਦੇ ਆ। ਸਭ ਗੱਲ ਆਏ ਪਾਏ, ਸਾਰਿਆਂ ਦੇ ਗਲ ਵਿੱਚ ਇਹ ਚੋਲਾ ਪਿਆ ਹੋਇਆ। ਭਾਵ ਸਾਰਿਆਂ ਨੇ ਸਰੀਰਾਂ ਨੂੰ ਧਾਰਨ ਕੀਤਾ ਵਾਹਿਗੁਰੂ ਜੀ ਦੇ ਹੁਕਮ ਵਿੱਚ,
पर ये शरीरां दे नाल यह संभावना जुड़ी हुई है कि इन्हां दे उत्ते ये काम क्रोध इत्याद विकारां दा प्रभाव पै सकता है किसी वेले भी। कभी भी कोई विकार आके साडी सुरती बिरती ते साडे मन ते साडे मत ते पड़दा पा के सानू बेसंजमा अवेसला कर सकता है, बेध्याना कर सकता है, ते असीं आनंद की प्राप्ति दे जीवन मकसद तो खुंझ सकते हैं। एक तो महाराज कहते ये तुहाडे ध्यान च रहना चाहिए कि किसी वेले भी कोई विकार तुहाडे ते असर पा सकता है। और एक विकार नहीं, महाराज कहते इत्थे ते हठली फौज है, झाड़ झखड़ ओहाड़ लहरी वहन लखेसरी, इत्थे ते लखां ही महाराज कहते विकारा रूपी लहरां इस संसार सागर विच उठी जा रही ने। ते किस लहर ने तुहानू रोड़ के लै जाना है, घुम्मण घेरियां विच पा देना है, तुहानू चिंतातुर कर देना है, डर सहम दे विच लै जाना है, किसी वेले भी हो सकता। इस करके साहब जी कहते हर वेले सतगुरु नूं अलाए बेड़े डुबण नाहे पाओ। हर वेले सतगुरु नूं ध्यान विच रख के पुकारदे रहो, सतगुरु दी मत नाल हर वेले सुचेत होकर जुड़े रहो। कोई पता नहीं किस वेले दुनिया की भीड़ दे विच विचरदियां आपो अपने कारज खेत्र विच कदों इस काम ने, क्रोध ने, लोभ मोह अहंकार ने, ईर्खा द्वेष ने, इस ठली फौज विचों किसी ने भी तुहाडे ते हमला बोल के तुहानू जीवन मकसद नालों तोड़ के कुराहे पा देना है। ते तुहाडे जीवन दे विच आनंद की जगह ते चिंता फिक्र ने घेरा पा लेना है, डर सहम च चले जाओगे, बेचैन हो जाओगे। इस करके गुरुदेव कहते इस सच नूं समझो। दूसरी गल गुरुदेव कहते एक उपजै एक बिनस जाहें हुक्में आवे जाए। दूजी गल इन्हां शरीरां दी महाराज कहते ये जमदे रहिंदे आ, मरदे रहिंदे आ, आउंदे रहिंदे आ, जांदे रहिंदे आ, ये स्थिर नहीं हन। ये कच्चे भांडे दी न्याई किसी वेले भी बिनस जाणगे। इन्हां दी एक निश्चित उम्र है, इन्हां नाल जुड़े हुए सवासां दा एक निश्चित लेखा है, गिणती विच ने। रे मन लेखा चालै लेखा बैसै लेखा लैंदा साह, सब कुछ गिणती विच है, इन्हें सदा नहीं रहना। हुक्म ऐसा है कि ये शरीर रूपी भांडे दे ते दिते सानू, पर किस वेले ये बिनस जाणगे, किस वेले इनू ठनका लग के इहदी होंद मुक जानी है, महाराज कहते इसका कोई पता नहीं। पर यह निश्चित है, हुक्मी खेड है ये। दूसरी गल महाराज कहते एक उपजै एक बिनस जाहें हुक्में आवे जाए, जम्मण मरण ना चुकई रंग लगा दूजै पाए। हुण महाराज कहते ये बिनसन हर शरीर रूपी भांडे जे तुहानू इन्हां दी सुचेत हो के सुचज्जी वरतों ना करनी आई ते तुसीं परमात्मा दे दैवी गुणा नाल अपना संग बनाउण दी बजाए गुणी निधान दे गुणा नूं चेते करदियां करदियां ओ गुण अपने जीवन विच धारण करन दी सुरती बिरती दृढ़ ना कीती तां दातार जी कहंदे फिर जे वाहिगुरू दे नाम दा रंग नहीं लगेगा, ओ गुणा नाल तुहाडा प्यार, तुहाडी सांझ, तुहाडी संगत नहीं रहेगी, तां फिर किसी न किसी पासे ते तुहाडे मन ने जाना है, तुहाडी मत ने, तुहाडी समझ ने किसी न किसी पासे ते रुचित होना है। फिर वो दूजा पासा ते ये विकारी बिरतियां वाला है। फिर तुहानू वो विकारी बिरतियां अपने वल खिच पाउणगियां ते तुहानू वो जिहड़े बिनसनहार बेचैन करने वाले रसकस ने ना, भावें वो तुहाडीआं अखां नाल जुड़े हुए ने, भावें तुहाडी जेबां नाल जुड़े है, निंदिया विचों भी तुहानू रस आएगा। दृष्टि भोग की आदत तुहानू पएगी। इस संसार के रंग तमाशे इन्हां नू देख देख के फिर इन्हां नू भोगण दी, इन्हां तक ही, इन्हां नू प्राप्त करन तक ही तुहाडी सोच काम करती रहेगी। वो हवस, वो तृष्णा, वो चस्के फिर तुहानू अपने विच जोड़ी रखणगे ते उन्हां दे नतीजे महाराज कहंदे कदी भी सुखावे लाहे बंदे नहीं होंदे। क्योंकि जिवें जिवें तुसीं उन्हां पासिआं नू रुचित होकर तुरोगे ना ते संसारिक पदार्थां दी प्राप्ति दी दौड़ भज विच पाओगे, वो तृष्णा बनती जाएगी।
ਭੁੱਖ ਮਿਟੇਗੀ ਨਹੀਂ ਕਦੀ ਵੀ। ਸੰਸਾਰਕ ਮਾਣ ਪਦਵੀਆਂ ਦੀ, ਸੰਸਾਰਕ ਪਦਾਰਥਾਂ ਦੀ ਪ੍ਰਾਪਤੀ ਦੀ ਭੁੱਖ ਨਹੀਂ ਮਿਟੇਗੀ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨਾ ਬੁੱਝੀ, ਇਹ ਸੱਚ ਇਹੋ ਹੀ ਹੈ। ਭਾਵੇਂ ਕੋਈ ਸਿਕੰਦਰ ਬਣ ਜਾਏ ਤੇ ਭਾਵੇਂ ਕੋਈ ਹੋਰ ਬਣ ਜਾਏ, ਇਹ ਭੁੱਖ ਮਹਾਰਾਜ ਕਹਿੰਦੇ ਭੁੱਖ ਨਹੀਂ ਰਹਿੰਦੀ, ਇਹ ਤ੍ਰਿਸ਼ਨਾ ਬਣ ਜਾਂਦੀ ਹੈ। ਔਰ ਤ੍ਰਿਸ਼ਨਾ ਦੀ ਮਹਾਰਾਜ ਕਹਿੰਦੇ ਕੋਈ ਸੀਮਾ ਨਹੀਂ ਹੁੰਦੀ। ਤੁਸੀਂ ਤਾਂ ਸੀਮਤ ਹੋ, ਤੁਹਾਡੇ ਸਰੀਰ ਰੂਪੀ ਭਾਂਡੇ ਤੇ ਸੀਮਾ ਵਿੱਚ ਨੇ, ਪਰ ਤ੍ਰਿਸ਼ਨਾ ਦੀ ਕੋਈ ਸੀਮਾ ਨਹੀਂ। ਇਹ ਪਰਾ ਪਰਾ ਹੀ ਕੋ ਲੁਝੀ ਹੈ ਦੀ ਅਵਸਥਾ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ। ਪਰਾ ਪਰਾ ਹੀ ਕੋ ਲੁਝੀ ਹੈ, ਤ੍ਰਿਸ਼ਨਾ ਨਹੀਂ ਮੁੱਕਦੀ, ਮੁੱਕਦਾ ਹੈ ਤਾਂ ਸਰੀਰ ਹੀ ਮੁੱਕਦਾ ਹੈ। ਤੇ ਮਹਾਰਾਜ ਕਹਿੰਦੇ ਜਿਹੜੀ ਗੱਲ ਹੋਰ ਦਾ ਵਾਧਾ ਬਣ ਕੇ ਤੁਹਾਡੇ ਅੰਦਰ ਹੋਰ ਪਿਆਸ, ਹੋਰ ਭੁੱਖ ਪੈਦਾ ਕਰਦੀ ਜਾਵੇ, ਖੁਦਿਆ ਪੈਦਾ ਕਰਦੀ ਜਾਵੇ, ਉਹਦੇ ਵਿੱਚੋਂ ਤੇ ਬੇਚੈਨੀਓ ਹੀ ਨਿਕਲੇਗੀ ਨਾ। ਤ੍ਰਿਪਤੀ ਤੇ ਆਉਣੀ ਨਹੀਂ, ਰਜੇਵਾਂ ਤੇ ਆਉਣਾ ਨਹੀਂ। ਤੇ ਜੇ ਰਜੇਵਾਂ ਨਹੀਂ ਹੈ ਤੇ ਫਿਰ ਸ਼ਿਕਵੇ ਨੇ, ਹੌਕੇ ਨੇ। ਕਰੀ ਜਾਓ, ਮਹਾਰਾਜ ਕਹਿੰਦੇ ਦਈ ਜਾਓ ਦਲੀਲਾਂ ਕਿ ਉਹਨੇ ਇੰਨਾ ਪ੍ਰਾਪਤ ਕਰ ਲਿਆ, ਮੇਰੇ ਕੋਲ ਕਿਉਂ ਨਹੀਂ ਹੈ, ਮੈਂ ਉਹ ਤੋਂ ਵੱਧ ਪ੍ਰਾਪਤ ਕਿਵੇਂ ਕਰਾਂ। ਤੇ ਫਿਰ ਜੇ ਦੂਜਿਆਂ ਦੇ ਨਾਲ ਜੋੜ ਕੇ ਆਪਣੇ ਜੀਵਨ ਨੂੰ ਦੂਜਿਆਂ ਵੱਲ ਦੇਖ ਕੇ ਜੀਓਗੇ ਤੇ ਫਿਰ ਭੀੜ ਵਿੱਚ ਗੁਆਚੋਗੇ, ਫਿਰ ਇਸ ਦੌੜ ਭੱਜ ਵਿੱਚ ਗੁਆਚੋਗੇ। ਆਖਿਆ ਗੁਰੂਦੇਵ ਨੇ ਬਾਣੀ ਵਿੱਚ, ਦੂਜੀ ਦੁਰਮਤ ਅੰਨੀ ਬੋਲੀ, ਕਾਮ ਕ੍ਰੋਧ ਕੀ ਕੱਚੀ ਚੋਲੀ। ਮਹਾਰਾਜ ਕਹਿੰਦੇ ਜਦੋਂ ਤੁਹਾਡੀ ਮਤ ਦੁਰਮਤ ਹੋ ਜਾਏ, ਮਾੜੀ ਮਤ ਹੋ ਜਾਏ, ਵਿਕਾਰਾਂ ਦੇ ਰੰਗ ਵਿੱਚ ਰੰਗੀ ਜਾਵੇ, ਵਿਕਾਰਾਂ ਦੇ ਪ੍ਰਭਾਵ ਵਿੱਚ ਵਿਚਰਨ ਲੱਗ ਜਾਏ, ਤਾਂ ਮਹਾਰਾਜ ਕਹਿੰਦੇ ਇਹ ਜਿਹੜਾ ਦੂਜਾ ਭਾਉ ਹੈ, ਨਾਮ ਸਿਮਰਨ ਵਾਲੀ ਗੁਣਾਂ ਦੀ ਯਾਦ ਨੂੰ ਛੱਡ ਕੇ ਜਦੋਂ ਤੁਹਾਨੂੰ ਦੁਨੀਆ ਦੇ ਪਦਾਰਥ, ਦੁਨੀਆ ਦੇ ਮਾਣ ਤਾਣ, ਦੁਨੀਆ ਦੀ ਵਾਹਵਾ, ਦੁਨੀਆ ਤੋਂ ਅੱਗੇ ਨਿਕਲਣ ਦੀ ਦੌੜ ਭੱਜ ਦੀ ਬਿਰਤੀ ਦੇ ਵਿੱਚ ਤੁਹਾਡਾ ਮਨ, ਤੁਹਾਡੀ ਸੋਚ ਚਲੀ ਜਾਵੇ ਨਾ, ਸਾਹਿਬ ਕਹਿੰਦੇ ਫਿਰ ਕੋਈ ਸੀਮਾ ਨਹੀਂ, ਫਿਰ ਤੁਸੀਂ ਅੰਨੇ ਬੋਲੇ ਹੋ ਜਾਂਦੇ ਹੋ। ਭਾਵ ਨਾ ਤੇ ਤੁਹਾਨੂੰ ਫਿਰ ਜੀਵਨ ਦਾ ਸੱਚ ਆਪਣੇ ਅੰਦਰੋਂ ਦੇਖਣਾ ਆਉਂਦਾ ਹੈ, ਨਾ ਆਪਣੇ ਜੋਤ ਸਰੂਪ ਦੇ ਦਰਸ਼ਨ ਤੁਹਾਨੂੰ ਕਰਨੇ ਆਉਂਦੇ ਅੰਤਰ ਦ੍ਰਿਸ਼ਟੀ ਨਾਲ, ਗਿਆਨ ਦੇ ਨੇਤਰਾਂ ਨਾਲ, ਤੇ ਨਾ ਹੀ ਤੁਹਾਨੂੰ ਸੰਸਾਰ ਦਾ ਸੱਚ ਸਮਝ ਆਉਂਦਾ। ਸਰੀਰ ਬਿਨਸਨਹਾਰ ਨੇ, ਇਹ ਸੰਸਾਰ ਬਿਨਸਨਹਾਰ ਹੈ, ਪਦਾਰਥ ਬਿਨਸਨਹਾਰ ਨੇ, ਇਹ ਕਦੀ ਕਿਸੇ ਦੇ ਨਹੀਂ ਬਣਦੇ। ਇਹ ਮੋਹ, ਇਹ ਮਾਇਕ ਪਦਾਰਥ ਜਿਹੜੇ ਨੇ, ਇਹ ਰੰਗ ਤਮਾਸ਼ੇ ਕਦੀ ਕਿਸੇ ਦੇ ਨਹੀਂ ਬਣਦੇ। ਖਿਨਮੈ ਭਈ ਪਰਾਈ ਵਾਲਾ ਸੱਚ ਹੱਕ ਨਾਲ ਜੁੜ ਜਾਂਦਾ। ਲਾ ਲਓ ਨਾਮ ਪਲੇਟਾਂ, ਲਾ ਲਓ ਆਪਣੇ ਨਾਲ ਪਦਵੀਆਂ ਵਾਲੇ ਜਿੰਨੇ ਮਰਜ਼ੀ ਲਕਬ, ਤੁਹਾਡਾ ਸਰੀਰ ਜਿਸ ਦਿਨ ਬਿਨਸਣਾ ਹੈ, ਤੁਹਾਡਾ ਸਾਰਾ ਕੁਝ ਤੁਹਾਡੇ ਨਾਲ ਜੁੜਿਆ ਹੋਇਆ, ਉਹ ਵੀ ਤੁਹਾਡਾ ਨਹੀਂ ਰਹਿਣਾ। ਖਿਨਮੈ ਭਈ ਪਰਾਈ, ਮਹਾਰਾਜ ਨੇ ਇਸੇ ਕਰਕੇ ਆਖਿਆ ਇਹ ਜਿਹੜੀ ਮਾਇਆ ਹੈ ਨਾ, ਇਹ ਕਦੀ ਦੁਆਗਣ ਨਹੀਂ ਹੁੰਦੀ, ਇਹ ਸੁਹਾਗਣ ਹੀ ਰਹਿੰਦੀ ਹੈ। ਇਹਦਾ ਇੱਕ ਜੀਵ ਰੂਪੀ ਪਤੀ ਬਣਦਾ ਹੈ ਨਾ, ਜਿੱਦਣ ਉਹ ਖਤਮ ਹੁੰਦਾ ਨਾਲ ਹੀ ਦੂਜੇ ਨੂੰ ਇਹ ਵਰ ਲੈਂਦੀ ਹੈ, ਦੂਜੇ ਦੀ ਬਣ ਜਾਂਦੀ ਹੈ, ਤੁਹਾਡੀ ਨਹੀਂ ਰਹਿੰਦੀ। ਤੁਹਾਡੇ ਨਾਮ ਦੇ ਉਹ ਜਿਹੜੀਆਂ ਪਲੇਟਾਂ ਲਾਈਆਂ ਨੇ, ਆਪਣੀ ਮਲਕੀਅਤ ਦੇ ਜਿਹੜੇ ਦਿਖਾਵੇ ਕੀਤੇ, ਮਹਾਰਾਜ ਕਹਿੰਦੇ ਉਹ ਤੁਹਾਡੇ ਨਾਲ ਹੀ ਮੁੱਕ ਜਾਂਦੇ ਹੈ। ਤੇ ਜੇ ਉਸ ਤੋਂ ਪਹਿਲਾਂ ਹੀ ਮਹਾਰਾਜ ਕਹਿੰਦੇ ਤੁਸੀਂ ਇਹ ਸਮਝ ਲਓ ਕਿ ਮੇਰਾ ਇੱਥੇ ਕੁਝ ਵੀ ਨਹੀਂ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇ ਮੈਂ ਤੋਂ ਚੱਲਦਿਆਂ ਤੂੰ ਤੇਰਾ ਦੀ ਜਾਚ, ਤੁਹਾਨੂੰ ਸਮਤ ਦੁਰਮਤ ਤੋਂ ਸਮਤ ਤੱਕ ਦੀ ਯਾਤਰਾ ਜੇ ਕਰਨੀ ਆ ਜਾਏ ਤਾਂ ਦਾਤਾਰ ਜੀ ਕਹਿੰਦੇ ਫਿਰ ਜਿਹੜਾ ਰੰਗ ਚੜ੍ਹਦਾ ਨਾ, ਨਾਮ ਦਾ ਰੰਗ ਚੜ੍ਹਦਾ ਹੈ। ਇਹ ਜਿਹੜੇ ਬਿਨਸਨਹਾਰ ਕਸੁੰਬੇ ਦੇ ਰੰਗ ਨੇ, ਕੱਚੇ ਰੰਗ ਨੇ, ਇਹ ਉਤਰ ਜਾਂਦੇ ਤਾਂ ਮਹਾਰਾਜ ਕਹਿੰਦੇ ਉਸ ਵੇਲੇ ਫਿਰ ਤੁਹਾਡੇ ਰੱਬ ਰੂਪ ਹੋਣ ਦਾ ਸੱਚ ਤੁਹਾਡੇ ਅੰਦਰੋਂ ਪ੍ਰਗਟ ਹੁੰਦਾ। ਮਹਾਰਾਜ ਬਚਨ ਕਰਦੇ ਹੈ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ। ਸਾਹਿਬ ਕਹਿੰਦੇ ਇੰਨੇ ਸਤਿਕਾਰਯੋਗ ਤੁਸੀਂ ਬਣ ਜਾਂਦੇ ਹੋ, ਮੈਂ ਤੇ ਚਾਹੁੰਦਾ ਤੁਹਾਡੇ ਚਰਨਾਂ ਦੀ ਧੂੜ ਮੈਨੂੰ ਮਿਲੇ। ਧੂੜ ਤਿਨਾ ਕੀ ਜੇ ਮਿਲੇ ਜੀ, ਕਉ ਨਾਨਕ ਕੀ ਅਰਦਾਸ। ਮੇਰੀ ਤੇ ਅਰਦਾਸ ਬੇਨਤੀ ਹੈ ਪਾਤਸ਼ਾਹ, ਐਸੇ ਸੁਚੇਤ ਹੋ ਕੇ ਗਿਆਨ ਨਾਲ ਜੁੜੇ ਹੋਏ, ਗੁਰੂ ਦੀ ਮੱਤ ਨਾਲ ਜੁੜ ਕੇ ਰੂਹਾਨੀ ਗਿਆਨ ਦੇ ਵਿੱਚ ਜਿਉਣ ਵਾਲਿਆਂ ਦੀ ਮੈਨੂੰ ਚਰਨ ਧੂੜ ਮਿਲ ਜਾਏ। ਮੇਰੀ ਤੇ ਬੇਨਤੀ ਇਹ ਹੈ। ਮਤਾਂ ਕਿਤੇ ਉਹਨਾਂ ਦੀ ਸੰਗਤ ਵਿੱਚੋਂ, ਉਹਨਾਂ ਦੀ
ਚਰਨ ਧੂੜ ਵਿੱਚੋਂ ਉਹਨਾਂ ਦੇ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਮੇਰੇ ਅੰਦਰ ਵੀ ਇਹ ਨਾਮ ਰੰਗ ਨੂੰ ਆਪਣੀ ਸੁਰਤੀ ਬਿਰਤੀ ਤੇ ਚੜਾਉਣ ਦੀ ਪਿਆਸ ਮੇਰੇ ਅੰਦਰ ਜਾਗ ਪਵੇ। ਸਾਹਿਬ ਜੀ ਕਹਿੰਦੇ ਇਹ ਫੈਸਲਾ ਤੁਸੀਂ ਲੈਣਾ ਹੈ, ਜੰਮਣ ਮਰਨ ਨਾ ਚੁੱਕਈ, ਰੰਗ ਲੱਗਾ ਦੂਜੈ ਭਾਏ, ਬੰਧਨ ਬੰਦ ਪਵਾਈਆਂ ਕਰਨਾ ਕਿਛੂ ਨਾ ਜਾਏ। ਯਾਦ ਰੱਖਿਓ, ਕੁਛ ਨਹੀਂ ਕਰ ਸਕੋਗੇ ਫੇਰ ਤੁਸੀਂ ਜੇ ਤੁਹਾਨੂੰ ਗੁਰੂ ਦੇ ਗਿਆਨ ਨਾਲ ਜੁੜ ਕੇ ਆਪਣੀ ਮਤ ਨੂੰ ਕੁਮਤ ਤੋਂ ਬਚਾਉਣ ਦੀ ਤੇ ਸੁਮਤ ਨਾਲ ਜੁੜਨ ਦੀ ਜਾਚ ਨਹੀਂ ਆਈ। ਦਾਤਾਰ ਜੀ ਕਹਿੰਦੇ ਜਿੰਨੇ ਮਰਜ਼ੀ ਹੱਥ ਪੈਰ ਮਾਰ ਲਿਓ, ਅਕਲਾਂ ਸਿਆਣਪਾਂ ਦੇ ਘੋੜੇ ਦੌੜਾ ਕੇ ਜੋ ਮਰਜ਼ੀ ਸੰਸਾਰ 'ਚ ਪ੍ਰਾਪਤ ਕਰ ਲਿਓ, ਹੋ ਸਕਦਾ ਹੈ, ਪਰ ਜੇ ਨਹੀਂ ਹੋ ਸਕਦਾ ਤੇ ਆਨੰਦ ਦੀ, ਸੁੱਖ ਦੀ, ਟਿਕਾਓ ਦੀ, ਸਹਿਜ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਜਿਹਦੇ ਕੋਲ ਜੀਵਨ ਵਿੱਚ ਆਨੰਦ ਹੀ ਨਹੀਂ ਹੈ, ਜਿਹਦੇ ਜੀਵਨ ਵਿੱਚ ਸਹਿਜ ਨਹੀਂ ਹੈ, ਸ਼ਾਂਤੀ ਟਿਕਾਓ ਨਹੀਂ ਹੈ, ਉਹਦੇ ਕੋਲ ਤੇ ਸਿਵਾਏ ਸ਼ਿਕਵੇ ਹੈ, ਹੋਰ ਕੁਛ ਨਹੀਂ। ਸ਼ੁਕਰਾਨਾ ਤੇ ਹੈ ਨਹੀਂ, ਰਜੇਵਾਂ ਤ੍ਰਿਪਤੀ ਤੇ ਹੈ ਹੀ ਨਹੀਂ। ਤੇ ਮਹਾਰਾਜ ਕਹਿੰਦੇ ਜਿਹੜਾ ਬਾਰ-ਬਾਰ ਭੁੱਖਾ 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 ਹੀ ਕਰੀ ਜਾ ਰਿਹਾ, ਹੋਰ 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 ਕਰੀ ਜਾ ਰਿਹਾ, ਕਾਹਦਾ ਜੀਵਨ ਇਹੋ ਜਿਹਾ? ਜਿਹੜਾ ਦਿਨੇ ਰਾਤ ਭਟਕਣਾ ਵਿੱਚ ਹੀ ਪਿਆ ਹੋਇਆ ਹੈ, ਖੁਦ ਆ ਬੇਚੈਨੀ ਵਿੱਚ ਹੀ ਹੈ, ਕਿਸ ਗੱਲ ਦਾ ਮਾਣ ਕਰਨਾ ਇਹੋ ਜਿਹੇ ਜੀਵਨ ਤੇ? ਨਾ, ਦਾਤਾਰ ਜੀ ਕਹਿੰਦੇ ਸੰਭਲੋ, ਸੁਚੇਤ ਹੋਵੋ, ਬੰਧਨ ਬੰਦ ਪਵਾਈਆਂ। ਸਾਰੇ ਸੰਸਾਰ ਦੇ ਲੋਕ ਇਹਨਾਂ ਵਿਕਾਰਾਂ ਦੇ ਜੰਜਾਲ ਵਿੱਚ ਫਸੇ ਹੋਏ, ਬੇਚੈਨੀ, ਉਦਾਸੀ, ਅਸ਼ਾਂਤੀ, ਡਰ, ਸਹਿਮ ਦੇ ਸੰਗਲਾਂ ਵਿੱਚ ਜਕੜੇ ਪਏ ਨੇ। ਤੇ ਤੁਸੀਂ ਆਪਣੇ ਜੀਵਨ ਦੇ ਪ੍ਰਤੀ ਆਤਮ ਚਿੰਤਨ ਕਰਦਿਆਂ ਸੁਚੇਤ ਹੋਣਾ ਹੈ, ਆਪਣੀ ਪੜਚੋਲ ਕਰਨੀ ਹੈ। ਕੀ ਮੈਂ ਦੁਨੀਆ ਵਿੱਚ ਜਿਉਂਦਿਆਂ ਇਹ ਬੇਚੈਨ ਅਸ਼ਾਂਤ ਲੋਕਾਂ ਦੀ ਭੀੜ ਵਿੱਚ ਇਹਨਾਂ ਵਰਗਾ ਬਣ ਕੇ ਜਿਉਣਾ ਹੈ, ਕਿ ਕਿਤੇ ਜੀਵਨ ਵਿੱਚ ਬੇਪਰਵਾਹੀ, ਮਸਤੀ, ਟਿਕਾਓ, ਅਡੋਲਤਾ ਲੈ ਕੇ ਆਉਣੀ ਹੈ? ਉਹਦੇ ਲਈ ਮਹਾਰਾਜ ਕਹਿੰਦੇ ਏਦਾਂ ਅਵੇਸਲੇ ਹੋ ਕੇ ਨਹੀਂ, ਕੁਝ ਘੜੀਆਂ ਆਪਣੇ ਆਪ ਨਾਲ ਸੁਚੇਤ ਹੋ ਕੇ ਸਵੈ ਪੜਚੋਲ ਕਰਦੇ ਆ, ਆਪਣੇ ਆਪ ਨਾਲ ਆਪਣਾ ਲੇਖਾ ਜੋਖਾ ਕਰਦੇ ਆ, ਬਤੀਤ ਕਰਨ ਦੀ ਜਾਚ ਸਿੱਖਣੀ ਪਏਗੀ ਤੁਹਾਨੂੰ। ਨਹੀਂ ਤੇ ਮਹਾਰਾਜ ਕਹਿੰਦੇ ਕਰਨਾ ਕੁਛ ਨਾ, ਕੁਛ ਵੀ ਨਹੀਂ ਕੀਤਾ ਜਾ ਸਕਦਾ। ਜੇ ਇਹ ਕੁਛ ਨਹੀਂ ਕਰਨਾ ਆਇਆ, ਗੁਰੂ ਦੀ ਮੱਤ ਨਾਲ ਜੁੜ ਕੇ, ਗੁਰੂ ਦੇ ਗਿਆਨ ਨਾਲ ਜੁੜ ਕੇ ਇਹਨਾਂ ਵਿਕਾਰਾਂ ਦੇ ਪ੍ਰਭਾਵ ਤੋਂ ਆਪਣੇ ਆਪ ਨੂੰ ਮੁਕਤ ਕਰਨਾ ਨਹੀਂ ਆਇਆ। ਔਗਣ ਤੇ ਪਏ ਸੀਗੇ, ਪਰ ਗੁਣ ਵੀ ਪਏ ਸੀ ਨਾ। ਤੁਸੀਂ ਜੋਤ ਸਰੂਪ ਦੇ ਨਾਲ ਵੀ ਤੇ ਸੰਬੰਧਿਤ ਹੋ। ਜੇ ਜੋਤ ਸਰੂਪ ਹੋਣ ਦਾ ਅਹਿਸਾਸ ਨਹੀਂ ਆਇਆ ਤੇ ਫਿਰ ਵਿਕਾਰਾਂ ਦੇ ਬੰਧਨ, ਇਹ ਸੰਗਲ, ਮਹਾਰਾਜ ਕਹਿੰਦੇ ਇਹ ਨਹੀਂ ਜੇ ਟੁੱਟਣੇ। ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਤੁਹਾਡਾ ਦਿਨ ਵੀ ਜੰਜਾਲਾਂ 'ਚ ਗੁਜ਼ਰੇਗਾ, ਰਾਤ ਵੀ ਜੰਜਾਲਾਂ 'ਚ ਗੁਜ਼ਰੇਗੀ, ਤੇ ਤੁਹਾਡੀ ਜੀਵਨ ਦੀ ਹਰ ਘੜੀ ਜਿਹੜੀ ਲੰਘ ਰਹੀ ਹੈ ਉਹ ਫਾਹੀਆਂ ਬਣ ਕੇ ਹੀ ਇਹੀ ਬਾਰ-ਬਾਰ ਤੁਹਾਡੇ ਕੋਲੋਂ ਕਹਾਏਗੀ, ਬਸ ਜੀ ਜਿਹੜੀ ਘੜੀ ਲੰਘ ਜਾਏ, ਜਿਹੜੀ ਘੜੀ ਲੰਘ ਜਾਏ ਉਹੀ ਪਰ ਨਾ। ਉਸ ਘੜੀ ਦੇ ਵਿੱਚ ਆਨੰਦ ਲੈਣਾ ਸਿੱਖਣਾ ਹੈ, ਉਸ ਘੜੀ ਦੇ ਵਿੱਚ ਅਡੋਲ ਟਿਕਾਓ ਹੋ ਕੇ ਟਿਕਾਓ ਦੇ ਵਿੱਚ ਜਿਉਣਾ ਸਿੱਖਣਾ ਹੈ। ਮੌਤ ਦਾ ਸੱਚ ਮਹਾਰਾਜ ਕਹਿੰਦੇ ਇਹ ਨਿਸ਼ਚਿਤ ਹੈ, ਪਰ ਇਹ ਤੁਹਾਨੂੰ ਡਰਾਉਣਾ ਬਣ ਕੇ ਨਜ਼ਰ ਨਾ ਆਵੇ, ਤੁਹਾਨੂੰ ਆਪਣੇ ਕੀਤੇ ਤੇ ਪਛਤਾਵਾ ਨਾ ਹੋਵੇ, ਤੁਹਾਡਾ ਕੀਤਾ ਹੋਇਆ, ਤੁਹਾਡਾ ਸੋਚਿਆ ਹੋਇਆ, ਵਿਚਾਰਿਆ ਹੋਇਆ ਤੁਹਾਨੂੰ ਬੇਚੈਨ ਅਸ਼ਾਂਤ ਨਾ ਕਰੇ, ਬਲਕਿ ਤੁਹਾਡਾ ਹਰ ਵਿਚਾਰ, ਤੁਹਾਡੀ ਹਰ ਕਿਰਤ, ਤੁਹਾਡਾ ਹਰ ਕਰਮ ਤੁਹਾਨੂੰ ਸੰਤੁਸ਼ਟੀ ਦੇਵੇ, ਮਾਣ ਦੇਵੇ। ਮਹਾਰਾਜ ਕਹਿੰਦੇ ਮੈਂ ਤੇ ਆਪਣੇ ਸਿੱਖ ਨੂੰ ਇਸੇ ਰੂਪ ਵਿੱਚ ਦੇਖਣਾ ਚਾਹੁੰਦਾ। ਦੁਨਿਆਵੀ ਇੱਛਾਵਾਂ, ਦੁਨਿਆਵੀ ਭੁੱਖਾਂ ਤੋਂ ਮੁਕਤ ਹੋ ਜਾਵੇ ਤੇ ਨਾਮ ਦੀ ਭੁੱਖ ਵਿੱਚ ਜਿਉਣਾ ਸਿੱਖ ਲਵੇ। ਉਹਦੇ ਅੰਦਰ ਕਿਸੇ ਵੀ ਗੱਲ ਦਾ, ਕਿਸੇ ਵੀ ਪ੍ਰਾਪਤੀ ਦਾ ਹੰਕਾਰ ਨਹੀਂ, ਬਲਕਿ ਉਸ ਨੂੰ ਵਾਹਿਗੁਰੂ ਜੀ ਦੀ ਦਾਤ ਸਮਝ ਕੇ ਉਹਦੇ ਪ੍ਰਤੀ ਸ਼ੁਕਰਾਨਾ ਕਰਨਾ ਆ ਜਾਏ। ਧੰਨ ਗੁਰੂ ਅਮਰਦਾਸ ਸਾਹਿਬ ਦੇ ਜੀਵਨ ਵਿੱਚ ਬੜੀਆਂ ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਜਿਹੜੀਆਂ ਗੁਰਸਿੱਖਾਂ ਤੇ ਹੁੰਦੀਆਂ ਰਹੀਆਂ, ਉਹਦੀਆਂ ਸਾਖੀਆਂ ਮਿਲਦੀਆਂ। ਅੱਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਅਸੀਂ ਵਿਚਾਰ ਰਹੇ ਹਾਂ, ਤੇ ਉਹਨਾਂ ਦੇ ਜੀਵਨ ਚੋਂ ਹੀ ਭਾਈ ਪਾਰੋ ਜੀ, ਭਾਈ ਪਾਰੋ ਜੁਲਕਾ ਪਰਮਹੰਸ ਉਹਨਾਂ ਦਾ ਨਾਮ, ਸਾਡੇ ਵਾਂਗ ਹੀ ਉਹ ਵੀ ਆਏ ਸੀ, ਤੇ ਆਏ ਸੀ
ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਦਾ ਸੱਚ ਆਪਣੇ ਜੀਵਨ ਵਿੱਚ ਪ੍ਰਗਟ ਹੁੰਦਾ ਦੇਖਣ ਲਈ। ਪੜ੍ਹਦੇ ਸੀ ਇੱਥੇ ਸਾਰੇ, ਭਾਈ ਪਾਰੋ ਜੀ ਨੇ ਵੀ ਸੁਣਿਆ, ਇੱਥੇ ਸਾਰੇ ਪੜ੍ਹਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਭਲਾ ਮੇਰੇ ਜੀਵਨ ਦੇ ਵਿੱਚ ਇਹ ਸੱਚ ਵਾਪਰਿਆ ਕਿ ਨਹੀਂ ਵਾਪਰਿਆ। ਇਸ ਕਰਕੇ ਮੈਂ ਬੇਨਤੀ ਕਰਦਾ, ਮੇਰੇ ਸਮੇਤ ਜਿੰਨਾ ਚਿਰ ਤੱਕ ਅਸੀਂ ਇਹ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਕਿਤੇ ਇਹਦੇ ਪ੍ਰਤੀ ਕੁਝ ਘੜੀਆਂ ਸੁਚੇਤ ਹੋ ਕੇ ਇਹਨੂੰ ਆਪਣੇ ਤੇ ਢੁਕਾਉਣ ਦੀ ਯਤਨ ਕੋਸ਼ਿਸ਼ ਨਹੀਂ ਕਰਦੇ ਨਾ, ਤੇ ਫਿਰ ਇਹ ਸਤਸੰਗੀ ਲਾਹੇ ਸਾਡੀ ਝੋਲੀ 'ਚ ਨਹੀਂ ਪੈਣਗੇ, ਰਹਿ ਜਾਵਾਂਗੇ ਇਸੇ ਤਰ੍ਹਾਂ ਹੀ। ਇੱਥੇ ਕੁਝ ਘੜੀਆਂ ਬਤੀਤ ਕੀਤੀਆਂ, ਭਾਵੇਂ ਕਥਾ ਕੀਰਤਨ ਕਰਦੇ ਹਾਂ, ਭਾਵੇਂ ਸੁਣਦੇ ਹਾਂ। ਫਿਰ ਜਦੋਂ ਅਸੀਂ ਸੰਸਾਰ ਦੀ ਭੀੜ ਵਿੱਚ ਗੁਆਚ ਕੇ ਸੰਸਾਰ ਵਰਗਾ ਹੀ ਜੀਵਨ ਜਿਉਵਾਂਗੇ, ਉਹਨਾਂ ਵਰਗੇ ਹੀ ਵਿਚਾਰ ਵਿਕਾਰਾਂ ਦੇ ਪ੍ਰਭਾਵ ਵਾਲੇ, ਤਾਂ ਮਹਾਰਾਜ ਕਹਿੰਦੇ ਫਿਰ ਦੁਨੀਆ ਦੀ ਭੀੜ ਵਿੱਚ ਦੁਨੀਆਦਾਰ ਬਣ ਕੇ ਲੰਘਾਈ ਜਾਓਗੇ ਸਮਾਂ। ਜਿਹੜਾ ਮੈਂ ਤੁਹਾਨੂੰ ਇਹ ਸਮਝਾ ਰਿਹਾ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹ ਕਦੋਂ ਆਏਗਾ ਤੁਹਾਡੇ ਜੀਵਨ ਵਿੱਚ? ਕਿੰਨਾ ਕੁ ਚਿਰ ਏਦਾਂ ਹੀ ਸਿਰਫ ਕਰਮਕਾਂਡੀ ਰੂਪ ਵਿੱਚ ਪੜ੍ਹੀ ਜਾਓਗੇ? ਇਹਨੂੰ ਬਾਣੋ ਵੀ ਤੇ ਸਹੀ, ਕਦੀ ਤੇ ਸੁਲੱਖਣਾ ਪਲ ਤੁਹਾਡੇ ਜੀਵਨ ਵਿੱਚ ਆਵੇ। ਭਾਈ ਪਾਰੋ ਜੀ ਪਰਮਹੰਸ ਬਣ ਕੇ ਇਹ ਜਾਚ ਸਿੱਖ ਗਏ, ਇਸੇ ਕਰਕੇ ਉਹਨਾਂ ਨੂੰ ਮਹਾਰਾਜ ਨੇ ਪਰਮਹੰਸ ਦੀ ਪਦਵੀ ਨਾਲ ਨਿਵਾਜਿਆ। ਆਖਿਆ ਤੂੰ ਪਰਮਹੰਸ ਹੈ। ਹੰਸ ਦਾ ਮਤਲਬ ਜਿਹਨੂੰ ਸਾਹਮਣੇ ਦੁੱਧ ਪਾਇਆ ਕਿਸੇ ਨੇ ਤੇ ਉਹਦੀ ਚੁੰਝ ਵਿੱਚ ਐਸੀ ਸ਼ਕਤੀ ਪ੍ਰਮਾਤਮਾ ਨੇ ਪਾਈ। ਇਤਿਹਾਸ ਇਹ ਵਿਚਾਰਵਾਨ ਦੱਸਦੇ ਐ ਸਾਨੂੰ, ਗੁਰੂ ਦੀਆਂ ਗੁਰੂ ਜਾਣੇ, ਪਰ ਐਸਾ ਵਿਚਾਰ ਹੈ, ਕਥਨ ਹੈ ਸਾਨੂੰ ਸਮਝਾਉਣ ਵਾਸਤੇ ਕਿ ਹੰਸ ਦੀ ਚੁੰਝ ਵਿੱਚ ਇੱਕ ਐਸੀ ਸ਼ਕਤੀ ਹੈ ਕਿ ਉਹਦੇ ਅੱਗੇ ਦੁੱਧ ਰੱਖੋ ਨਾ ਤੇ ਉਹ ਦੁੱਧ ਵਿੱਚੋਂ ਪਾਣੀ ਵੱਖਰਾ ਕਰਕੇ ਤੇ ਜਿਹੜਾ ਤੱਤ ਹੈ ਨਾ ਉਹਨੂੰ ਵਰਤ ਲੈਂਦਾ ਹੈ, ਉਹਨੂੰ ਛਕ ਲੈਂਦਾ ਹੈ ਤੇ ਆਨੰਦਿਤ ਹੁੰਦਾ। ਮਹਾਰਾਜ ਕਹਿੰਦੇ ਗੁਰੂ ਕੇ ਸਿੱਖੋ, ਮੈਂ ਤੁਹਾਨੂੰ ਇਹ ਸ਼ਬਦ ਰੂਪੀ ਚੁੰਝ ਦਿੱਤੀ ਹੈ, ਇਹ ਗੁਰਮਤ ਰੂਪੀ ਚੁੰਝ ਦਿੱਤੀ ਹੈ। ਇਹਦੇ ਵਿੱਚ ਇਹ ਸਮਰਥ ਹੈ ਕਿ ਤੁਸੀਂ ਇਸ ਬਾਣੀ ਦੇ ਰਾਹੀਂ, ਇਸ ਰੂਹਾਨੀ ਗਿਆਨ ਰਾਹੀਂ ਰੋਜ਼ ਆਪਣੇ ਜੀਵਨ ਦੇ ਵਿੱਚ ਸਵੈ ਪੜਚੋਲ ਕਰਦੇ ਆ। ਮੇਰੇ ਲਈ ਵਿਅਰਥ ਕੀ ਹੈ, ਮੇਰੇ ਲਈ ਲਾਹੇਵੰਦਾ ਕੀ ਹੈ, ਇਹਦੀ ਸਮਝ ਵਿਚਾਰ ਦੀ ਆਪਣੇ ਅੰਦਰ ਅਵਸਥਾ ਦ੍ਰਿੜ ਕਰ ਲਓ। ਇਸ ਸੰਸਾਰ ਵਿੱਚ ਮੈਂ ਕੀ ਗ੍ਰਹਿਣ ਕਰਨਾ ਹੈ ਤੇ ਕੀ ਤਿਆਗਣਾ ਹੈ। ਆਖਿਆ ਨਾ ਗੁਰੂਦੇਵ ਨੇ ਕਿ ਇਹ ਜਾਚ ਸਿੱਖੋ, ਤਿਆਗਣਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਮਹਾਰਾਜ ਕਹਿੰਦੇ ਇਹ ਨਿਰਣੈ ਸ਼ਕਤੀ, ਇਹ ਵਿਚਾਰ ਸ਼ਕਤੀ ਆਪਣੇ ਅੰਦਰ ਦ੍ਰਿੜ ਕਰਨ ਦੀ ਗੁਰੂ ਦੇ ਉਪਦੇਸ਼ ਰਾਹੀਂ ਤੁਸੀਂ ਜਾਚ ਸਿੱਖਣੀ ਹੈ। ਇਹਦੇ ਰਾਹੀਂ ਫਿਰ ਤੁਸੀਂ ਆਪਣੇ ਭਲੇ ਬੁਰੇ ਦੀ, ਪਾਪ ਪੁੰਨ ਦੀ ਵਿਚਾਰ ਕਰਦਿਆਂ ਜੋ ਕੁਝ ਯੋਗ ਹੈ ਉਹਨੂੰ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਓਗੇ। ਜੋ ਕੁਝ ਅਯੋਗ ਹੈ, ਜਿਹੜਾ ਮੈਨੂੰ ਬੇਚੈਨ ਅਸ਼ਾਂਤ ਕਰਦਾ ਹੈ, ਉਹਨੂੰ ਤਿਆਗਣ ਦੇ ਲਈ ਵੀ ਸਮਰੱਥ ਹੋ ਜਾਓਗੇ। ਭਾਈ ਪਾਰੋ ਜੀ ਇਸੇ ਬਿਰਤੀ ਦੇ ਅਧੀਨ ਹੋ ਗਏ। ਪਾਤਸ਼ਾਹ ਨੇ ਇੱਕ ਦਿਨ ਆਖਿਆ, ਭਾਈ ਪਾਰੋ ਸਾਡਾ ਜੀ ਕਰਦਾ ਹੈ, ਇੰਨੀ ਸੰਗਤ ਤੁਹਾਡਾ ਮਾਣ ਸਤਿਕਾਰ ਕਰਦੀ ਹੈ, ਇੰਨੇ ਤੁਹਾਡੇ ਬੋਲਾਂ ਤੋਂ ਸੁਣ ਕੇ ਪ੍ਰਭਾਵਿਤ ਹੁੰਦੀ ਹੈ ਕਿ ਤੁਹਾਡੀ ਸੰਗਤ ਲੋਚਦੇ ਹੈ ਗੁਰੂ ਕੇ ਸਿੱਖ, ਤੇ ਤੁਹਾਡੀ ਇਸ ਬਖਸ਼ਿਸ਼ ਭਰੀ ਜ਼ਿੰਦਗੀ ਦੇ ਕਰਕੇ ਮੇਰਾ ਜੀ ਕਰਦਾ ਹੈ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੱਦੀ ਬਖਸ਼ ਦਿੱਤੀ ਜਾਵੇ। ਤੇ ਉਸ ਵੇਲੇ ਇਤਿਹਾਸ ਵਿੱਚ ਜ਼ਿਕਰ ਹੁੰਦਾ, ਭਾਈ ਪਾਰੋ ਕਹਿੰਦੇ ਨਾ ਪਾਤਸ਼ਾਹ, ਇਹ ਜੋ ਕੁਛ ਕੋਈ ਕਿਣਕਾ ਮਾਤਰ ਮੇਰੇ ਜੀਵਨ ਵਿੱਚ ਨਜ਼ਰ ਆਉਂਦਾ ਹੈ, ਜਿਹਦੇ ਕਰਕੇ ਗੁਰੂ ਕੇ ਸਿੱਖ ਮੈਨੂੰ ਪਿਆਰ ਦਿੰਦੇ ਹੈ, ਸਤਿਕਾਰ ਦਿੰਦੇ ਹੈ, ਇਹ ਕੋਈ ਮੇਰੀ ਪ੍ਰਾਪਤੀ ਥੋੜਾ ਹੈ। ਇਹ ਤੇ ਤੁਹਾਡੀ ਮਤ ਰਾਹੀਂ, ਤੁਹਾਡੀ ਸੰਗਤ ਰਾਹੀਂ, ਤੁਹਾਡੀ ਮਿਹਰ ਦਾ ਸਦਕਾ ਕੋਈ ਕਿਣਕਾ ਮਾਤਰ ਆ ਗਿਆ। ਜੇ ਆ ਮੈਨੂੰ ਵੀ ਆਨੰਦਿਤ ਕਰਦਾ ਹੈ ਤੇ ਮੇਰੇ ਕਰਕੇ ਕੋਈ ਜੇ ਸੰਪਰਕ ਵਿੱਚ ਮੇਰੇ ਆਉਂਦੇ ਆ ਕੋਈ ਕਿਣਕਾ ਮਾਤਰ ਬਾਣੀ ਦਾ ਲਾਹਾ ਪ੍ਰਾਪਤ ਕਰਦਾ ਹੈ, ਮੇਰੀ ਪ੍ਰਾਪਤੀ ਥੋੜਾ ਹੈ ਨਾ। ਪਾਤਸ਼ਾਹ ਮੈਨੂੰ ਗੁਰਤਾ ਗੱਦੀ ਨਹੀਂ, ਮੈਨੂੰ ਸਿੱਖੀ ਦਾਨ ਦਿਓ। ਮੋਕੋ ਗੁਰਸਿੱਖੀ ਮਨ ਭਾਵੈ, ਇਹ ਗੁਰਤਾ ਗੱਦੀ ਪਾਤਸ਼ਾਹ ਤੁਹਾਨੂੰ ਹੀ ਸੋਭਾ ਦਿੰਦੀ ਹੈ, ਕਿਉਂਕਿ ਮੈਨੂੰ ਮੇਰੀ ਪ੍ਰਾਪਤੀ ਦਾ ਮਾਣ ਨਹੀਂ, ਗਿਆ ਹੰਕਾਰ। ਤੇ ਸਾਨੂੰ ਤੇ ਝੱਟ ਮਾੜਾ ਜਿਹਾ ਕੋਈ ਮਾਣ ਸਤਿਕਾਰ ਦੇਵੇ, ਅਸੀਂ ਫੁੱਲ ਕੇ ਕੁੱਪਾ ਹੋ ਜਾਂਦੇ ਹਾਂ, ਜਾਂ ਫਿਰ
ਸਾਡੇ ਮੁਕਾਬਲੇ 'ਚ ਦੂਜਿਆਂ ਨੂੰ ਮਿਲਦਾ ਹੋਵੇ ਤੇ ਅਸੀਂ ਈਰਖਾ ਨਾਲ ਭਰ ਜਾਂਦੇ ਹਾਂ। ਫਿਰ ਇੱਕ ਐਸੀ ਬੇਥਵੀ ਬੇਸੰਜਮੀ ਦੌੜ ਭੱਜ ਵਿੱਚ ਪੈ ਜਾਂਦੇ ਹਾਂ, ਜਿਹੜੀ ਦੌੜ ਭੱਜ ਤੇ ਮੁੱਕਦੀ ਨਹੀਂ, ਪਰ ਸਾਡੀ ਸ਼ਾਂਤੀ, ਸਾਡਾ ਆਨੰਦ, ਸਾਡਾ ਟਿਕਾਊ ਜ਼ਰੂਰ ਮੁੱਕ ਜਾਂਦਾ। ਸਾਹਿਬ ਕਹਿੰਦੇ ਮੈਂ ਇਸ ਤੋਂ ਤੁਹਾਨੂੰ ਬਚਾਉਣਾ ਚਾਹੁੰਦਾ। ਉਹਦੇ ਲਈ ਕੀ ਕਰਨਾ? ਜਿਨ ਕੋ ਕਿਰਪਾ ਧਾਰੀਅਨ ਤਿਨਾ ਸਤਿਗੁਰ ਮਿਲਿਆ ਆਏ। ਵਾਹਿਗੁਰੂ ਦੀ ਬਖਸ਼ਿਸ਼ ਨਾਲ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਸਤਿਗੁਰੂ ਮਿਲ ਜਾਂਦਾ, ਸਤਿਗੁਰੂ ਦੀ ਸੰਗਤ ਮਿਲ ਜਾਂਦੀ ਹੈ, ਸਰੀਰਕ ਤੌਰ ਤੇ ਹੀ ਨਹੀਂ, ਸੁਰਤੀ ਦੇ ਤੌਰ ਤੇ, ਮਨ ਦੇ ਤੌਰ ਤੇ, ਮਤ ਦੇ ਰੂਪ ਵਿੱਚ। ਦਾਤਾਰ ਜੀ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਕੀ ਹੁੰਦਾ? ਸਤਿਗੁਰੂ ਮਿਲੇ ਉਲਟੀ ਪਈ, ਮਰ ਜੀਵਿਆ ਸਹਿਜ ਸੁਭਾਏ। ਇੱਥੇ ਫਿਰ ਬਖਸ਼ਿਸ਼ ਦਾ ਦਰ ਖੁੱਲ੍ਹਦਾ। ਇਹ ਸਰੀਰ ਰੂਪੀ ਭਾਂਡੇ ਜਿਹਦੇ ਵਿੱਚ ਸਾਨੂੰ ਮਨ ਮਿਲਿਆ, ਵਿਚਾਰ ਸ਼ਕਤੀ ਮਿਲੀ, ਸਮਝ ਸ਼ਕਤੀ ਮਿਲੀ, ਨਾਲ ਹੀ ਨਾਲ ਭੁੱਲਣ ਸ਼ਕਤੀ। ਮੈਂ ਬਾਰ-ਬਾਰ ਇਸ ਦਾ ਜ਼ਿਕਰ ਇਸ ਕਰਕੇ ਕਰਦਾ ਕਿ ਇਹ ਭੁੱਲਣ ਸ਼ਕਤੀ ਵੀ ਬਹੁਤ ਵੱਡੀ ਦਾਤ ਹੈ। ਮਨੋਵਿਗਿਆਨੀਆਂ ਨੇ ਬੜੀ ਖੋਜ ਕੀਤੀ ਹੈ ਇਸ ਗੱਲ ਤੇ, ਔਰ ਹੈਰਾਨਕੁਨ ਨਤੀਜੇ ਸਾਡੇ ਸਾਹਮਣੇ ਲਿਆਂਦੇ ਆ। ਕਹਿੰਦੇ ਜੇ ਬੰਦੇ ਦੇ ਅੰਦਰ ਭੁੱਲਣ ਸ਼ਕਤੀ ਨਾ ਹੋਵੇ, ਅਸਲ ਵਿੱਚ ਜਿਹੜੇ ਸਾਡੇ ਜੀਵਨ ਵਿੱਚ ਡਿਪਰੈਸ਼ਨ, ਬਲੱਡ ਪ੍ਰੈਸ਼ਰ ਤੇ ਬ੍ਰੇਨ ਹੈਮਰੇਜ ਤੇ ਹੋਰ ਪਤਾ ਨਹੀਂ ਕੀ ਕੀ ਭਾਣੇ ਸਾਡੇ ਨਾਲ ਵਾਪਰਦੇ ਆ ਨਾ, ਅਸਲ ਵਿੱਚ ਇਹ ਇਸੇ ਕਰਕੇ ਅਸੀਂ ਭੁੱਲਦੇ ਹੀ ਨਹੀਂ। ਜੀਵਨ ਪਰਯੰਤ ਅਸੀਂ ਇੱਕੋ ਗੱਲ ਨੂੰ ਚਬੋਲੀ ਜਾਂਦੇ ਆ, ਇਹਨੇ ਮੇਰੇ ਨਾਲ ਇਹ ਕੀਤਾ, ਫਲਾਣੇ ਵੇਲੇ ਉਹ ਕੀਤਾ ਸੀ, ਫਲਾਣੇ ਵੇਲੇ ਉਹ ਕੀਤਾ ਸੀ, ਤੇ ਜਾਂ ਫਿਰ ਪਛਤਾਵੇ ਵਿੱਚ ਚਲੇ ਜਾਂਦੇ ਆ, ਫਲਾਣੇ ਵੇਲੇ ਮੇਰੇ ਕੋਲੋਂ ਇਹ ਹੋ ਗਿਆ, ਫਲਾਣੇ ਵੇਲੇ ਇਹ ਹੋ ਗਿਆ। ਮਹਾਰਾਜ ਕਹਿੰਦੇ ਕਦੀ ਧਿਆਨ ਦਿਆ ਕਰੋ, ਬਹੁਤ ਸਾਰੀਆਂ ਗੱਲਾਂ ਤੁਸੀਂ ਭੁੱਲ ਜਾਂਦੇ ਹੋ। ਤੁਹਾਡੀਆਂ ਆਪਣੀਆਂ ਕੀਤੀਆਂ ਵੀ, ਤੁਹਾਡੇ ਆਪਣੇ ਵਿਚਾਰ ਵੀ ਤੁਹਾਨੂੰ ਭੁੱਲ ਜਾਂਦੇ ਹੈ। ਜੇ ਉਹ ਨਾ ਭੁੱਲਣ ਨਾ, ਫਟ ਜਾਵੇ ਦਿਮਾਗ। ਇਸੇ ਕਰਕੇ ਆ ਜਿਹੜਾ ਹਿਪਨੋਟਿਜ਼ਮ ਦਾ, ਮਨ ਦੇ ਇਲਾਜ ਦਾ ਇੱਕ ਪੱਧਤੀ ਹੈ ਪੂਰੀ ਦੀ ਪੂਰੀ। ਉਹਦੇ ਵਿੱਚ ਜਦੋਂ ਮਨੋਵਿਗਿਆਨਕ ਸਾਈਕੇਟ੍ਰਿਸਟ ਜਦੋਂ ਇਲਾਜ ਕਰਦੇ, ਤੁਹਾਡੇ ਕੋਲੋਂ ਪੁੱਛਦੇ ਆ ਸਾਰਾ ਕੁਝ, ਉਹ ਕਢਾਉਂਦੇ ਆ ਬਹੁਤ ਸਾਰੀਆਂ ਗੱਲਾਂ ਅਚੇਤ ਮਨ ਵਿੱਚ ਪਈਆਂ ਹੁੰਦੀਆਂ ਨੇ, ਉਹ ਤੁਹਾਡੇ ਕੋਲੋਂ ਕਢਾਉਂਦੇ ਆ। ਡਸਟਬਿਨ ਬਣਾਇਆ ਪਿਆ ਅਸੀਂ ਕੌਨਸ਼ੀਅਸ ਮਨ ਨੂੰ ਵੀ ਤੇ ਸਬ ਕੌਨਸ਼ੀਅਸ ਮਨ ਨੂੰ ਵੀ, ਅਚੇਤ ਮਨ 'ਚ ਪਈਆਂ, ਉਹ ਕਢਾਉਂਦੇ ਆ ਸਾਰੀਆਂ ਅੰਦਰ, ਕਿਉਂਕਿ ਪਈਆਂ ਨੇ ਅੰਦਰ। ਤੇ ਉਹਦੇ ਕਰਕੇ ਇੰਨੀ ਦੁਰਗੰਧ ਸਾਡੇ ਜੀਵਨ 'ਚ ਆਉਣ ਲੱਗ ਜਾਂਦੀ ਹੈ ਕਿ ਅਸੀਂ ਆਪਣੇ ਆਪ ਨੂੰ ਵੀ ਬਰਦਾਸ਼ਤ ਕਰਨ ਜੋਗੇ ਨਹੀਂ ਰਹਿੰਦੇ। ਫਿਰ ਡਿਪਰੈਸ਼ਨ 'ਚ ਚਲੇ ਜਾਂਦੇ ਆ, ਬਲੱਡ ਪ੍ਰੈਸ਼ਰ ਹੋ ਜਾਂਦਾ, ਨੀਂਦਾਂ ਗਵਾਚ ਜਾਂਦੀਆਂ ਨੇ, ਜਾਂ ਪਛਤਾਵਾ, ਜਾਂ ਹੀਣ ਭਾਵਨਾ, ਤੇ ਜਾਂ ਫਿਰ ਈਰਖਾ ਕ੍ਰੋਧ ਦੇ ਵਿੱਚ ਗਰਸੇ ਜਾਂਦੇ ਆ। ਮਹਾਰਾਜ ਕਹਿੰਦੇ ਨਾ, ਮੈਂ ਤੁਹਾਡੇ ਅੰਦਰਲਾ ਇਹ ਕੂੜਾ ਕਰਕਟ ਕੱਢਣਾ ਚਾਹੁੰਦਾ। ਪਿੱਛੇ ਜਿੰਨੇ ਵੀ ਹੋ ਗਏ, ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ, ਕੋਟ ਕਟੁੰਤਰ ਪਾਪਾਂ ਘੇਰੇ ਏਕ ਘਰੀ ਮੈਂ ਖੋਵੈ। ਤੁਸੀਂ ਕਰ ਲਏ, ਹੋ ਗਏ, ਉਹ ਤੇ ਪਛਤਾਉਣ ਦੀ ਬਜਾਏ, ਹੀਣ ਭਾਵਨਾ ਦੀ ਬਜਾਏ ਗੁਰੂ ਦੇ ਸ਼ਬਦ ਨਾਲ ਜੁੜ ਜਾਓ। ਸਭ ਕੁਝ ਤੁਹਾਡਾ ਜਿਹੜਾ ਕੀਤਾ ਹੋਇਆ ਉਹ ਖਤਮ ਹੋ ਜਾਏਗਾ। ਏਕ ਘਰੀ ਮੈਂ ਖੋਵੈ। ਭਾਈ ਸੱਜਣ ਜੀ ਦੀ ਸਾਖੀ ਸੁਣ ਲਈਏ, ਭਾਈ ਭੂਮੀਆ ਜੀ ਦੀ ਸੁਣ ਲਈਏ, ਭਾਈ ਕੌਡਾ ਜੀ ਦੀ ਸਾਖੀ ਸੁਣ ਲਈਏ, ਹੋਰ ਅਨੰਤ ਸਾਖੀਆਂ ਨੇ ਜਿਹੜੀਆਂ ਇਸ ਗੱਲ ਦਾ ਪ੍ਰਮਾਣ ਨੇ ਕਿ ਇੱਕ ਗੱਲ, ਇੱਕ ਸ਼ਬਦ ਗੁਰੂ ਦਾ ਕਿਤੇ ਇਕਾਗਰ ਹੋ ਕੇ ਅੰਦਰ ਦੇ ਪਿਆਰ ਨਾਲ ਸੁਣਨਾ ਆ ਗਿਆ, ਵਿਚਾਰਨਾ ਆ ਗਿਆ, ਤੇ ਅੰਦਰਲਾ ਧੋਤਾ ਗਿਆ। ਅੰਦਰੋਂ ਉਹ ਮੈਲ ਭਾਵੇਂ ਕਿੰਨੇ ਚਿਰ ਦੀ ਪੁਰਾਣੀ ਸੀ, ਕਿੰਨੇ ਵੀ ਕਤਲ ਕਰ ਚੁੱਕੇ ਸੀ, ਕਿੰਨੀ ਵੀ ਠੱਗੀ ਮਾਰ ਲਈ ਸੀ, ਭਾਈ ਸੱਜਣ ਜੀ ਨੇ ਇੱਕ ਸ਼ਬਦ ਦੀ ਸੰਗਤ ਨੇ, ਸੁਚੇਤ ਹੋ ਕੇ ਸੁਣੇ ਹੋਏ ਸ਼ਬਦ ਨੇ ਸਭ ਕੁਝ ਬਦਲ ਦਿੱਤਾ। ਮਹਾਰਾਜ ਕਹਿੰਦੇ ਸਤਿਗੁਰ ਮਿਲੇ ਉਲਟੀ ਭਈ, ਬਿਰਤੀਆਂ ਉਲਟ ਗਈਆਂ, ਮਰ ਜੀਵਿਆ ਸਹਿਜ ਸੁਭਾਏ। ਉਧਰੋਂ ਵਿਕਾਰਾਂ ਵੱਲੋਂ ਤੁਸੀਂ ਫਿਰ ਮਰ ਜਾਂਦੇ ਹੋ, ਦੁਨੀਆ ਦੇ ਰੰਗ ਤਮਾਸ਼ਿਆਂ ਵੱਲੋਂ ਤੁਹਾਡੀ ਮਤ ਮੁੜ ਜਾਂਦੀ ਹੈ, ਤੁਹਾਡਾ ਮਨ ਉਧਰੋਂ ਮੁੜ ਜਾਂਦਾ ਹੈ, ਮਰ ਜਾਂਦਾ ਹੈ। ਉਸ ਪਾਸੇ ਵਾਲਾ ਵਿਚਾਰ, ਉਹ ਈਰਖਾ ਕ੍ਰੋਧ ਹੰਕਾਰ ਦੀਆਂ ਬਿਰਤੀਆਂ ਮਰਨੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਅੰਦਰ ਗੁਰੂ ਦਾ ਸ਼ਬਦ ਉਪਜਦਾ ਹੈ, ਉਹਦੇ ਅਨੁਸਾਰ ਜਿਉਣਾ ਸ਼ੁਰੂ ਕਰਦੇ ਹੋ। ਤੁਹਾਡੇ ਅੰਦਰ ਸਹਿਜ ਤੇ ਪਿਆਰ, ਗੁਰੂ ਦੀ ਮੱਤ ਦਾ, ਨਾਮ ਸਿਮਰਨ ਦਾ ਇਹ ਉੱਠ ਖੜਦਾ। ਇਹਦੇ ਨਾਲ ਤੁਹਾਡੀ ਬਿਰਤੀ ਜੁੜਦੀ ਤਾਂ ਨਤੀਜਾ ਇਹ ਨਿਕਲਦਿਆ, ਨਾਨਕ ਭਗਤੀ ਰਤਿਆਂ ਹਰ ਹਰ ਨਾਮ ਸਮਾਏ। ਇਸ ਤਰ੍ਹਾਂ ਗੁਰੂਦੇਵ ਕਹਿੰਦੇ ਗੁਰੂ ਦੀ ਮੱਤ ਦਾ,
ਮਨ ਬਚਨ ਕਰਮ ਕਰਕੇ ਕੀਤਾ ਹੋਇਆ ਪਠਨ ਪਾਠਨ, ਕੀਤੀ ਹੋਈ ਸੰਗਤ ਤੁਹਾਨੂੰ ਵਾਹਿਗੁਰੂ ਜੀ ਦੇ ਨਾਮ ਸਿਮਰਨ ਵੱਲ, ਗੁਣਾਂ ਦੇ ਚਿੰਤਨ ਵੱਲ, ਸਿਫਤ ਸਲਾਹ ਦੇ ਪਠਨ ਪਾਠਨ ਵੱਲ ਪ੍ਰੇਰਿਤ ਕਰ ਦਿੰਦੀ ਹੈ। ਵਾਹਿਗੁਰੂ ਜੀ ਦੇ ਨਾਮ ਸਿਮਰਨ, ਵਾਹਿਗੁਰੂ ਜੀ ਦੇ ਕੀਤੇ ਹੋਏ ਗੁਣਗਾਨ ਦਾ ਸਦਕਾ ਸਾਹਿਬ ਜੀ ਕਹਿੰਦੇ ਤੁਸੀਂ ਉਸ ਗੁਣਗਾਨ ਵਿੱਚ ਹੀ ਸਮਾ ਜਾਂਦੇ ਹੋ। ਹਰ ਹਰ ਨਾਮ ਸਮਾਏ, ਉਹਦੇ ਨਾਲ ਹੀ ਜੁੜ ਜਾਂਦੇ ਹੋ। ਤੁਹਾਡੀ ਮੱਤ ਉਹਦੇ ਨਾਲ ਹੀ ਜੁੜ ਜਾਂਦੀ ਹੈ। ਉਹਦੇ ਵਿੱਚ ਫਿਰ ਵਾਹਿਗੁਰੂ ਜੀ ਦੇ ਨਾਮ ਦੇ ਰੰਗ ਦਾ ਸਦਕਾ ਵਿਕਾਰਾਂ ਦਾ ਪ੍ਰਭਾਵ ਰੰਗ ਨਹੀਂ ਆਉਂਦਾ। ਇਹੋ ਹੀ ਮਹਾਰਾਜ ਕਹਿੰਦੇ ਤੁਹਾਡੇ ਜੀਵਨ ਦਾ ਮਨੁੱਖ ਦੇ ਤੌਰ ਤੇ ਮਕਸਦ ਹੈ। ਇਹਦੀ ਪ੍ਰਾਪਤੀ ਹੀ ਜਿਹੜੀ ਹੈ ਉਹ ਇਸ ਤਰ੍ਹਾਂ ਲਾਹੇਵੰਦੀ ਹੈ ਕਿ ਜਿੰਨਾ ਵੀ ਤੁਹਾਡੇ ਜੀਵਨ ਵਿੱਚ ਦੁੱਖ, ਚਿੰਤਾਵਾਂ, ਫਿਕਰ ਬਣੇ ਹੋਏ ਨੇ ਉਹ ਆਨੰਦ ਵਿੱਚ ਬਦਲ ਜਾਂਦੇ ਹੈ। ਜੀਵਨ ਨੂੰ ਦੁੱਖਾਂ, ਚਿੰਤਾਵਾਂ, ਡਰ, ਸਹਿਮ ਤੋਂ ਬਦਲ ਕੇ ਸਦੀਵੀ ਆਨੰਦ ਵਿੱਚ ਲੈ ਕੇ ਆਉਣ ਦੀ ਅਵਸਥਾ ਨੂੰ ਆਪਣੇ ਅੰਦਰ ਦ੍ਰਿੜ ਕਰ ਲੈਣਾ। ਮਹਾਰਾਜ ਕਹਿੰਦੇ ਇਹੋ ਹੀ ਮਨੁੱਖ ਤੋਂ ਬ੍ਰਹਮ ਗਿਆਨੀ ਬਣਨ ਦਾ ਭੇਦ ਹੈ। ਗੁਰੂ ਕਿਰਪਾ ਕਰਨ ਇਹ ਭੇਦ ਗੁਰੂ ਦੀ ਸੰਗਤ ਵਿੱਚੋਂ, ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚੋਂ, ਬਾਣੀ ਦੇ ਪਠਨ ਪਾਠਨ ਵਿਚਾਰ ਰਾਹੀਂ ਸਾਨੂੰ ਪ੍ਰਾਪਤ ਹੋ ਸਕੇ। ਇਹਨੇ ਸ਼ਬਦ ਪ੍ਰਵਾਨ ਕਰਨੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੇ। ਮਾਣ ਪਿਆਰ ਦਾ ਕੋਈ ਦਾਅਵਾ ਨਹੀਂ ਕਿ ਕੋਈ ਸੁਚੱਜੀ ਗੱਲ ਗੁਰਮਤਿ ਦੀ ਆਪ ਜੀ ਨਾਲ ਸਾਂਝੀ ਮੈਂ ਕਰ ਸਕਿਆ ਹੋਵਾਂ, ਪਰ ਫਿਰ ਵੀ ਹਮੇਸ਼ਾ ਦੀ ਤਰ੍ਹਾਂ ਤੁਸੀਂ ਮਾਣ ਪਿਆਰ ਅਸੀਸਾਂ ਬਖਸ਼ ਕੇ ਕਿਰਤਾਰਥ ਕੀਤਾ ਹੈ। ਸਾਹਿਬ ਜੀ ਰਹਿਮਤ ਕਰਨ, ਇਹ ਸਤਸੰਗ ਦੇ ਪ੍ਰਵਾਹ ਇਵੇਂ ਹੀ ਚੱਲਦੇ ਰਹਿਣ ਤੇ ਜਗਿਆਸੂ ਰੂਹਾਂ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਸਰਸ਼ਾਰ ਹੁੰਦੀਆਂ ਰਹਿਣ। ਆਪ ਆਪਣੀਆਂ ਅਸੀਸਾਂ ਬਖਸ਼ਿਸ਼ ਕਰਕੇ ਦਾਸਰੇ ਨੂੰ ਵਿਦਾ ਕਰੋ। ਆਪਣੀਆਂ ਅਸੀਸਾਂ ਨਾਲ ਝੋਲੀ ਭਰ ਦਿਓ ਤਾਂ ਕਿ ਆਉਣ ਵਾਲਾ ਸਮਾਂ, ਆਉਣ ਵਾਲੇ ਬਾਕੀ ਸਵਾਸ ਆਪ ਜੀ ਦੀ ਚਰਨ ਧੂੜ ਤੇ ਗੁਰੂ ਦੀ ਬਾਣੀ ਦੀ ਸੰਗਤ ਵਿੱਚ ਸਫਲੇ ਹੋ ਸਕਣ। ਬਹੁਤ ਬਹੁਤ ਧੰਨਵਾਦ ਜੀ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।